ਉਹਨਾਂ ਦੇ ਡਿਵੋਸ਼ਨ ਤੋਂ ਆਉਣ ਤੋਂ ਬਾਅਦ ਭਗਵਾਨ ਨੇ ਉਹਨਾਂ ਦੀ ਹੈਲਪ ਕਰੀ। ਤਾਂ ਹੀ ਭਗਵਾਨ ਕਹਿ ਰਹੇ ਯੋਗਕਸ਼ੇਮ ਹੈ ਵਹਾਮਿਅਮ, ਕਿ ਜੋ ਮੇਰੀ ਸ਼ਰਨ ਲੈਂਦਾ ਮੈਂ ਉਹਦੀ ਹੈਲਪ ਕਰਦਾ। ਖਾਣਾ ਪੀਣਾ ਉੱਠਣਾ ਘਰਦਿਆਂ ਨੇ ਕਿਹਾ ਨਹੀਂ ਕਿ ਕਿੱਥੇ ਚੱਲਿਆ ਤੂੰ, ਕੀ ਕਰ ਰਹੇ ਹੋ? ਮਦਰ ਫਾਦਰ ਨੇ ਸਪੋਰਟ ਕਰਿਆ। ਜੋ ਪਿਛਲੇ ਜਨਮਾਂ ਦੇ ਸੰਸਕਾਰ ਆ ਰਹੇ, ਪਿਛਲੇ ਜਨਮਾਂ ਜੋ ਅਸੀਂ ਗੰਦ ਕਰਿਆ, ਇੰਜੋਇਮੈਂਟ ਕਰਿਆ, ਉਹ ਫਿਰ ਉਹ ਜ਼ੋਰ ਪਾਉਂਦੇ ਆ। ਲੇਕਿਨ ਅਗਰ ਜਿਹਦਾ ਗੋਲ ਕਲੀਅਰ ਹੈ ਕਿ ਮੈਨੂੰ ਭਗਵਾਨ ਚਾਹੀਦੇ ਹੈ, ਕ੍ਰਿਸ਼ਨ ਚਾਹੀਦੇ ਹੈ, ਚਾਹੇ ਕੁਛ ਵੀ ਪ੍ਰੋਬਲਮ ਹੋਏ, ਉਹ ਰਹਿ ਜਾਏਗਾ। ਐਵੇਂ ਮਿਲ ਜਾਂਦੇ ਆ ਭਗਵਾਨ। अच्छा, मुक्ति हर इंसान लिए है कि जब तक मुक्त नहीं होएगा वो जाएगा नहीं, मुक्ति बार बार आई जाएगा इसी दुनिया ਦੇ ਵਿੱਚ ਸਰਕਲ ਦੇ ਵਿੱਚ ਫਸਿਆ ਰਹੇਗਾ। जब तक ਤੁਸੀਂ ਆਪਣੇ ਪਾਪ ਖਤਮ ਨਹੀਂ ਕਰਦੇ ਤੇ ਭਗਵਾਨ ਨਾਲ ਪ੍ਰੇਮ ਨਹੀਂ ਹੋ ਜਾਂਦਾ, ਤਦ ਤੱਕ ਤੁਸੀਂ ਇਸ ਸੰਸਾਰ ਦੇ ਵਿੱਚ ਤੁਹਾਨੂੰ ਵਾਪਸ ਆਉਣਾ। डिवोशन वाल आण दा मुड़न दा कारण हरेक दा दुख हो सकता है, क्योंकि मैं बहुत सारे लोगों ने देखा, अगला कहता कि मैं इत्थों परेशान सी, हुण मैं आश्रम चला जाना है ना। हार्ट दे विच गर्लफ्रेंड ਲਈ प्रेम ਹੁੰਦਾ ਨਾ, अगर गल करा ना तो उस तरह भगवान ਲਈ प्रेम होना जरूरी है। पाताल लोक नहीं कहते, वो नीचे था है, नीचे भी लोग रहने हैं। मत रीझना ऊपर की सफाई पर, ये तो सोने का वर्क चढ़ा है मिट्टी की मिठाई। तो राजपुरा दा ओह पिंड जिस दा नाम पबरी है, ਇਹ ਇਸ ਕਰਕੇ ਮਸ਼ਹੂਰ ਹੋ ਰਿਹਾ ਹੈ ਕਿ ਇੱਥੇ ਕੁਝ ਅਜਿਹੇ ਲੋਕ ਰਹਿੰਦੇ ਨੇ ਜੋ ਕਿ ਦੁਨੀਆ ਤੋਂ ਵੱਖਰੇ ਨੇ। ਇਹ ਵੱਖਰੇ ਕਿਵੇਂ ਨੇ? ਕਿਉਂਕਿ ਨਾ ਤਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਅਸੀਂ ਇਸ ਸਮੇਂ ਹੰਢਾ ਰਹੇ ਹਾਂ ਉਹ ਪਰੇਸ਼ਾਨੀਆਂ ਨੇ, ਅਤੇ ਨਾ ਹੀ ਇਹਨਾਂ ਦੇ ਕੋਲ ਭਵਿੱਖ ਦੇ ਲਈ ਕੋਈ ਚਿੰਤਾਵਾਂ ਨੇ। ਆਖਿਰਕਾਰ ਕਿਵੇਂ ਇਹ ਲੋਕ ਬਿਨਾਂ ਕਿਸੇ ਚਿੰਤਾ ਦੇ ਇੱਥੇ ਰਹਿ ਰਹੇ ਨੇ? ਔਰ ਨਾ ਤਾਂ ਇੱਥੇ ਬਿਜਲੀ ਪਾਣੀ ਦੀ ਤੁਸੀਂ ਦੇਖੋਗੇ ਕਿ ਸੁਵਿਧਾ ਹੈ, ਔਰ ਕੱਚੇ ਘਰਾਂ ਦੇ ਵਿੱਚ ਇਹ ਰਹਿੰਦੇ ਨੇ। ਉਹ ਤੁਹਾਨੂੰ ਸਭ ਕੁਝ ਦਿਖਾਵਾਂਗੇ, ਪਰ ਉਸ ਤੋਂ ਪਹਿਲਾਂ ਉਹ ਗੱਲ ਕਰਾਂਗੇ ਕਿ ਆਖਿਰਕਾਰ ਇੱਥੇ ਰਹਿਣ ਦਾ ਮਕਸਦ ਕੀ ਹੈ, ਕਿਵੇਂ ਕੋਈ ਆਪਣਾ ਘਰ-ਬਾਰ ਛੱਡ ਕੇ ਇੱਥੇ ਰਹਿ ਰਿਹਾ ਹੈ, ਖੁਸ਼ੀ-ਖੁਸ਼ੀ ਰਹਿ ਰਿਹਾ ਹੈ, ਪਰ ਨਾਲ ਹੀ ਜਿਹੜਾ ਅਸੀਂ ਸਵੇਰੇ ਉੱਠਦੇ ਹਾਂ, ਆਫਿਸ ਜਾਂਦੇ ਹਾਂ, ਉੱਥੇ ਜਾ ਕੇ 100 ਟੈਨਸ਼ਨਾਂ ਪਾਲਦੇ ਹਾਂ ਤੇ ਸ਼ਾਮ ਨੂੰ ਵਾਪਸ ਆਉਂਦੇ ਵੀ ਸਾਨੂੰ ਅਗਲੇ ਦਿਨ ਦੀ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਚਿੰਤਾਵਾਂ ਤੋਂ ਮੁਕਤ ਕਿਵੇਂ ਹੋਈ ਅਸੀਂ, ਕੀ ਸਾਡੇ ਕੋਲ ਕੋਈ ਰਾਹ ਹੈ? ਤੁਹਾਡੇ ਤੋਂ ਪੁੱਛਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਰੇ ਕ੍ਰਿਸ਼ਨਾ। ਹਰੇ ਕ੍ਰਿਸ਼ਨਾ। ਕੀ ਨਾਮ ਹੈ ਤੁਹਾਡਾ? ਕੇਸ਼ਵ ਭਾਰਤੀ ਦਾਸ। ਕੇਸ਼ਵ ਭਾਰਤੀ ਦਾਸ। ਚਿੰਤਾਵਾਂ ਦੀ ਗੱਲ ਹੋ ਰਹੀ ਹੈ, ਤੁਹਾਨੂੰ ਇੱਥੇ ਰਹਿ ਕੇ ਪਹਿਲਾਂ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਹੈ, ਤੇ ਇਸ ਤੋਂ ਪਹਿਲਾਂ ਦੀ ਲਾਈਫ ਤੇ ਹੁਣ ਦੀ ਲਾਈਫ ਦੇ ਵਿੱਚ ਕੀ ਫਰਕ ਹੈ? ਐਕਚੁਅਲੀ ਜ਼ਮੀਨ ਤੇ ਆਸਮਾਨ ਦਾ ਡਿਫਰੈਂਸ ਹੈ, ਕਿਉਂ ਕਰਕੇ ਅਸੀਂ ਦੇਖਦੇ ਹਾਂ ਕਿ ਮੈਟੀਰੀਅਲਿਸਟਿਕ ਲੋਕ ਜਿਹੜੇ ਲੋਕ ਕੰਮ ਕਰ ਰਹੇ ਨੇ, ਕਾਫੀ ਜ਼ਿਆਦਾ ਡਿਪਰੈਸ਼ਨ, ਕਾਫੀ ਜ਼ਿਆਦਾ ਸਟ੍ਰੈਸ ਹੈ। ਹਾਲਾਂਕਿ ਉਹਨਾਂ ਕੋਲ ਸਾਰਾ ਕੁਝ ਹੋਣ ਤੋਂ ਬਾਵਜੂਦ ਵੀ ਉਹ ਟੈਨਸ਼ਨ ਵਿੱਚ ਨੇ। ਕਿਉਂ ਕਰਕੇ ਉਹ ਭਗਵਾਨ ਦੀ ਗੱਲ ਨੂੰ ਨਹੀਂ ਮੰਨ ਰਹੇ। ਐਕਚੁਅਲੀ ਭਗਵਾਨ ਕਹਿ ਰਿਹਾ ਤੁਸੀਂ ਮੇਰੀ ਗੱਲ ਮੰਨੋ ਤਾਂ ਸੁਖੀ ਰਹੋਗੇ, ਲੇਕਿਨ ਇਨਸਾਨ ਕਹਿ ਰਿਹਾ ਨਹੀਂ ਅਸੀਂ ਤੁਹਾਡੀ ਗੱਲ ਨਹੀਂ ਮੰਨਾਂਗੇ, ਅਸੀਂ ਆਪਣੇ ਤਰੀਕੇ ਨਾਲ ਖੁਸ਼ ਹੋ ਜਾਵਾਂਗੇ। ਫਿਰ ਭਗਵਾਨ ਕਹਿੰਦੇ ਕਰਕੇ ਦੇਖ ਲਓ, ਤਾਂ ਹੀ ਕਰਕੇ ਡਿਪਰੈਸ਼ਨ ਹੀ ਜਾਏ। ਫਿਰ ਅਲਟੀਮੇਟਲੀ ਬੰਦੇ ਨੂੰ ਆਉਣਾ ਇੱਥੇ ਹੀ ਪੈਣਾ ਹੈ। ਬਿਲਕੁਲ। ਇਹ ਤੁਸੀਂ ਦੇਖਦੇ ਵੀ ਹੋ ਕਿੰਨੇ ਵੱਡੇ ਵੱਡੇ ਲੋਕ ਕਰ ਰਹੇ ਹੈ। CCD ਦਾ ਓਨਰ ਸਿਧਾਰਥ, ਉਹਨੇ ਕਰ ਲਈ 10,000 ਕਰੋੜ ਦਾ ਬਿਜ਼ਨਸ, ਉਸ ਤੋਂ ਬਾਅਦ ਵੀ ਕਿਉਂ ਕਰ ਰਿਹਾ? ਅਮਰੀਕਾ ਦੇ ਵਿੱਚ ਮੈਕਸਿਮਮ ਲੋਕ ਸਾਈਕੈਟ੍ਰਿਸਟ ਪੇਸ਼ੈਂਟ ਨੇ, ਤਾਂ ਕਿਉਂ ਹੈ? ਯਾਨੀ ਕਿ ਅਸੀਂ ਜਿਸ ਰੂਟ ਤੇ ਕੰਮ ਕਰਨਾ ਉਸ ਤੇ ਨਹੀਂ ਕਰ ਰਹੇ। ਅਸੀਂ ਆਪਣੀ ਬੋਡੀ ਦੇ ਲੈਵਲ ਤੇ ਇੰਜੋਏ ਕਰਤੇ ਜਾ ਰਹੇ ਹਾਂ, ਲੇਕਿਨ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਮਿਲ ਰਹੀ। ਉਹ ਇਸੇ ਕਰਕੇ ਲੋਕ ਪਰੇਸ਼ਾਨ ਹੈ। ਤੁਹਾਡੀ ਪਹਿਲਾਂ ਦੀ ਲਾਈਫ ਕਿਵੇਂ ਸੀ? ਪਹਿਲਾਂ ਦਾ ਲਾਈਫ ਨਾਰਮਲ ਲਾਈਫ ਜਿਵੇਂ ਲੋਕ ਜੀ ਰਹੇ। ਪਰਿਵਾਰ ਦੇ ਵਿੱਚ ਕਿਵੇਂ ਸੀ? ਜਿਵੇਂ ਆਪਣਾ ਬਿਜ਼ਨਸ ਕਰ ਰਹੇ ਸੀਗੇ, ਤਾਂ ਉਸ ਤਰ੍ਹਾਂ ਸਿੰਪਲ ਜਿਵੇਂ ਲੋਕ ਜੀਂਦੇ ਆ, ਖਾਣਾ ਪੀਣਾ ਉੱਠਣਾ। ਘਰਦਿਆਂ ਨੇ ਕਿਹਾ ਨਹੀਂ ਕਿ ਕਿੱਥੇ ਚੱਲਿਆ ਤੂੰ, ਕੀ ਕਰ ਰਹੇ ਹੋ? ਮਦਰ ਫਾਦਰ ਨੇ ਸਪੋਰਟ ਕਰਿਆ। ਅੱਛਾ, ਉਹਨਾਂ ਨੇ ਸਪੋਰਟ ਕੀਤੀ ਹੈ ਤੁਹਾਨੂੰ। ਕਈ ਡਿਵੋਟੀ ਇਹੋ ਜਿਹੇ ਵੀ ਨੇ ਇੱਥੇ ਜਿਨ੍ਹਾਂ ਨੇ ਅਗੇਂਸਟ ਸੀਗੇ, ਲੇਕਿਨ ਉਹਨਾਂ ਦੀ ਡਿਵੋਸ਼ਨ ਸਟਰੋਂਗ ਸੀਗੀ, ਤਾੜੇ ਰਹਿ ਗਏ। ਉਸ ਤੋਂ ਬਾਅਦ ਭਗਵਾਨ ਸਾਰਾ ਕੁਝ ਠੀਕ ਵੀ ਕਰਦੇ ਆ। ਐਕਚੁਅਲੀ ਕਈ ਸਾਡੇ ਐਕਸਪੀਰੀਅੰਸ ਹੈ ਕਿ ਕੋਈ ਇਹੋ ਜਿਹਾ ਇੱਥੇ ਡਿਵੋਟੀ ਨਹੀਂ ਹੈ ਕਿ ਹਾਲਾਂਕਿ ਇਕੱਲੇ ਬੇਟੇ ਨੇ ਉਹ, ਉਸ ਤੋਂ ਬਾਅਦ ਵੀ ਪੇਰੈਂਟਸ ਬਿਲਕੁਲ ਸਹੀ ਨੇ,
ਉਹਨਾਂ ਦੇ ਡਿਵੋਸ਼ਨ ਤੋਂ ਆਉਣ ਤੋਂ ਬਾਅਦ ਭਗਵਾਨ ਨੇ ਉਹਨਾਂ ਦੀ ਹੈਲਪ ਕਰੀ ਹੈ। ਤਾਂ ਹੀ ਭਗਵਾਨ ਕਹਿ ਰਹੇ ਯੋਗਕਸ਼ੇਮੇ ਵਹਾਮਿਅਮ, ਕਿ ਜੋ ਮੇਰੀ ਸ਼ਰਨ ਲੈਂਦਾ ਮੈਂ ਉਹਦੀ ਹੈਲਪ ਕਰਦਾ, ਮੈਂ ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਮੈਂ ਕਰਾਂਗਾ, ਮੈਂ ਦੇਖਾਂਗਾ। ਤੇ ਉਹ ਪ੍ਰੈਕਟੀਕਲ ਅਸੀਂ ਦੇਖਿਆ ਵੀ ਹੈ। ਉਹੀ ਗੱਲ ਹੈ, ਜੋ ਜਨ ਤੁਮਰੀ ਭਗਤ ਕਰੇ ਉਨਕੇ ਕਾਰ ਸਵਾਰ, ਹੈ ਨਾ, ਉਹ ਸਵਾਰੇ ਜਾ ਰਹੇ ਨੇ। ਐਕਚੁਅਲੀ ਪ੍ਰੈਕਟੀਕਲ ਕਰਕੇ ਦੇਖਣਾ ਪੈਣਾ ਥਿਉਰੀ ਨਹੀਂ ਚੱਲੇਗੀ, ਕਦਮ ਚੱਕਣਾ ਪੈਣਾ ਤੁਹਾਨੂੰ। ਪਰਿਵਾਰ ਵਾਲੇ ਰਿਸ਼ਤੇਦਾਰ ਵਾਲੇ ਵਿਰੋਧ ਕਰਨਗੇ, ਹੈ ਨਾ, ਪਰ ਉਹ ਛੱਡਣਾ ਪਏਗਾ। ਔਰ ਕਈ ਵਾਰੀ ਮੈਂ ਐਵੇਂ ਦੇਖਿਆ ਕਿ ਕੁਝ ਲੋਕ ਆਪਣਾ ਸਭ ਕੁਝ ਛੱਡ ਕੇ ਆ ਜਾਂਦੇ ਨੇ ਮੁਕਤੀ ਦਾ ਰਾਹ ਸੋਚ ਕੇ, ਕੁਝ ਸਮਾਂ ਉੱਥੇ ਰਹਿੰਦੇ ਨੇ। ਬਹੁਤ ਸਾਰੇ ਆਸ਼ਰਮ ਹੈਗੇ ਨੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ, ਤੇ ਉਹਨਾਂ ਤੋਂ ਕੁਝ ਸਮੇਂ ਬਾਅਦ ਵਾਪਸ ਆਪਣੇ ਕੰਮ ਤੇ ਆ ਜਾਂਦੇ ਨੇ। ਕਹਿੰਦੇ ਨੇ ਕਿ ਨਹੀਂ, ਸਾਨੂੰ ਤਾਂ ਕੁਝ ਮਿਲਿਆ ਨਹੀਂ, ਤੇ ਉੱਥੇ ਸਾਡੇ ਤੋਂ ਕੰਮ ਕਰਵਾਇਆ ਜਾ ਰਿਹਾ ਸੀਗਾ, ਹੈ ਨਾ, ਦਿਨ ਰਾਤ ਦਾ ਇੱਕ ਦਿਨ ਚੱਲ ਰਿਹਾ ਸੀਗਾ, ਆਪਣਾ ਇਨਾਮ ਲੈ ਰਹੇ ਸੀਗੇ ਉਹ, ਤੇ ਅਸੀਂ ਇਸ ਕਰਕੇ ਵਾਪਸ ਆ ਗਏ। ਐਕਚੁਅਲੀ 'ਚ ਅਗਰ ਕੋਈ ਰਿਐਲਿਟੀ ਦੇ ਵਿੱਚ ਡਿਵੋਸ਼ਨ ਕਰ ਰਿਹਾ ਤਾਂ ਇਹ ਪੋਸੀਬਲ ਨਹੀਂ ਹੈ ਕਿ ਉਹ ਵਾਪਸ ਚਲਾ ਜਾਏ। ਅਗਰ ਉਹ ਵਾਪਸ ਚਲਾ ਗਿਆ, ਇਹਦਾ ਮਤਲਬ ਉਹਦਾ ਜਿਹੜਾ ਰਸਤਾ ਸੀਗਾ, ਵੇ ਸੀਗਾ, ਉਹ ਜਾਂ ਤਾਂ ਠੀਕ ਨਹੀਂ ਹੈ। ਕਿਉਂ ਕਰਕੇ ਭਗਤੀ ਦੇ 4 ਸਕੂਲ ਨੇ, ਭਗਵਾਨ ਕ੍ਰਿਸ਼ਨ ਦੀ ਭਗਤੀ ਦੇ 4 ਸਕੂਲ ਨੇ। ਸ਼੍ਰੀ ਰੁਦਰ ਕੁਮਾਰ, ਸ਼੍ਰੀ ਬ੍ਰਹਮ ਰੁਦਰ ਕੁਮਾਰ, 4 ਸਕੂਲ ਨੇ। ਇਹ ਬੋਨੀਫਾਈਡ ਨੇ, ਆਥੈਂਟਿਕ ਨੇ। ਅਗਰ ਇਹਨਾਂ ਸਕੂਲਾਂ ਦੇ ਵਿੱਚ ਜਾ ਕੇ ਕੋਈ ਵੀ ਭਗਤੀ ਕਰਦਾ ਹੈ, ਉਹ ਮਤਲਬ ਨਹੀਂ ਹੈ ਕਿ ਉਹਨੂੰ ਰਿਜ਼ਲਟ ਨਾ ਮਿਲੇ। ਬਾਕੀ ਰਹਿ ਗਈ ਵਾਪਸ ਆਉਣ ਦੀ ਗੱਲ, ਉਹ ਆਪਣੇ ਪਿਛਲੇ ਜਨਮਾਂ ਦੇ ਸੰਸਕਾਰ ਵੀ ਹੈ ਨਾ, ਜੋ ਪਿਛਲੇ ਜਨਮਾਂ ਦੇ ਸੰਸਕਾਰ ਆ ਰਹੇ, ਪਿਛਲੇ ਜਨਮਾਂ ਜੋ ਅਸੀਂ ਗੰਦ ਕਰਿਆ, ਇੰਜੋਇਮੈਂਟ ਕਰਿਆ, ਉਹ ਫਿਰ ਉਹ ਜ਼ੋਰ ਪਾਉਂਦੇ ਆ। ਅੱਛਾ, ਤੁਸੀਂ ਕਿਹੜੀ ਚੀਜ਼ ਨੂੰ, ਗੰਦੇ ਥੋਟਸ, ਕਿਹੜੀ ਚੀਜ਼ ਨੂੰ ਤੁਸੀਂ ਗੰਦ ਕਹਿ ਰਹੇ ਹੋ? ਕਿਉਂਕਿ ਪਿਛਲੇ ਜਨਮ ਨੂੰ ਛੱਡ ਕੇ ਆਪਾਂ ਜੇ ਇਸ ਜਨਮ 'ਚ ਗੱਲ ਕਰੀਏ ਤਾਂ ਆਪਾਂ ਹੁਣ ਕੀ ਰੂਟੀਨ ਅਪਣਾ ਰਹੇ ਹਾਂ ਗਲਤ, ਕਿ ਅੱਗੇ ਜਾ ਕੇ ਆਪਾਂ ਨੂੰ ਇਸ ਦਾ ਗਲਤ ਨੁਕਸਾਨ ਹੋਣਾ? ਪਿਛਲੇ ਜਨਮਾਂ ਦੀ ਗੱਲ ਕਰੀਏ ਤਾਂ ਹਰ ਕਿਸੇ ਦਾ ਮਾਈਂਡ, ਅਗਰ ਅੱਜ ਦੇ ਯੂਥ ਦੀ ਗੱਲ ਕਰੀਏ, ਮੇਲ ਫੀਮੇਲ ਦਾ ਮਾਈਂਡ ਕਿੱਥੇ ਜਾ ਰਿਹਾ ਤੁਹਾਨੂੰ ਪਤਾ, ਉਹ ਉਹੀ ਸਭ ਕੁਝ ਕਰਕੇ ਆ ਰਹੇ ਨਾ ਅਸੀਂ। ਉਹ ਪਲੱਸ ਗੰਦੇ ਥੋਟ ਆਉਂਦੇ ਰਹਿੰਦੇ ਆ ਬੰਦੇ ਨੂੰ, ਜੋ ਗੰਦੇ ਕੰਮ ਕਰਕੇ ਆਏ ਆ ਮਾੜੇ ਮੋਟੇ। ਭਗਤੀ 'ਚ ਆ ਤਾਂ ਜਾਂਦੇ ਆ, ਲੇਕਿਨ ਪਿਛਲੇ ਜਨਮਾਂ ਦੇ ਸੰਸਕਾਰਾਂ ਕਰਕੇ ਉਹ ਥੋਟ ਜ਼ੋਰ ਪਾਉਂਦੇ ਆ ਉਹਨਾਂ ਨੂੰ। ਅਗਰ ਉਹਨਾਂ ਦਾ ਡਿਵੋਸ਼ਨ ਸਟਰੋਂਗ ਹੈ ਤਾਂ ਉਹ ਕੌਂਕਰ ਕਰ ਜਾਂਦੇ ਉਹਨੂੰ। ਤੁਸੀਂ ਕਿਹਾ ਕਿ ਬਿਮਾਰੀਆਂ ਵੀ ਪਿਛਲੇ ਜਨਮ ਕਰਕੇ ਆਉਂਦੀਆਂ ਨੇ। ਉਹ ਵੀ ਫੈਕਟ ਹੈ, ਬਿਲਕੁਲ ਸਹੀ, ਮੈਂ ਭੁੱਲ ਗਿਆ ਪੁਆਇੰਟ। ਕਈ ਬੰਦੇ ਬਿਮਾਰ ਹੋ ਜਾਂਦੇ ਆ। ਮੰਨ ਲਓ ਹੁਣ ਅਸੀਂ ਆਸ਼ਰਮ ਵਿੱਚ ਰਹਿ ਰਹੇ ਹਾਂ, ਅਸੀਂ ਤਾਂ ਸਿਟੀ ਦੇ ਬੰਦੇ ਆ, ਤੇ ਇੱਥੇ ਆ ਕੇ ਸਾਨੂੰ ਸਕਿਨ ਥੋੜੀ ਸਕਿਨ ਦੀ ਪ੍ਰੋਬਲਮ ਹੋ ਗਈ, ਖੁਜਲੀ ਹੋ ਜਾਂਦੀ ਹੈ, ਜਾਂ ਫਿਰ ਠੰਡ ਜ਼ਿਆਦਾ ਹੈ, ਜਾਂ ਕੁਝ ਹੋਰ ਵੀ ਪ੍ਰੋਬਲਮ ਹੋ ਗਈ, ਤਾਂ ਉਹਦੇ ਕਰ ਵੀ ਮਾਈਂਡ ਬਹੁਤ ਜ਼ਿਆਦਾ ਉਹ ਹੋ ਜਾਂਦਾ ਹੈ ਨਾ, ਕਿ ਪਰੇਸ਼ਾਨ ਹੋ ਜਾਂਦਾ ਹੈ। ਪਰੇਸ਼ਾਨ ਹੋਣ ਕਰਕੇ ਫਿਰ ਬੰਦਾ ਘਰ ਚਲਾ ਜਾਂਦਾ ਹੈ। ਲੇਕਿਨ ਅਗਰ ਜਿਹਦਾ ਗੋਲ ਕਲੀਅਰ ਹੈ ਕਿ ਮੈਨੂੰ ਭਗਵਾਨ ਚਾਹੀਦੇ ਹੈ, ਕ੍ਰਿਸ਼ਨ ਚਾਹੀਦੇ ਹੈ, ਚਾਹੇ ਕੁਝ ਵੀ ਪ੍ਰੋਬਲਮ ਹੋਏ, ਉਹ ਰਹਿ ਜਾਏਗਾ। ਐਵੇਂ ਮਿਲ ਜਾਂਦੇ ਆ ਭਗਵਾਨ? ਦੇਖੋ, ਜਿਸ ਤਰ੍ਹਾਂ ਪੈਸਾ ਕਮਾਉਣਾ ਮੁਸ਼ਕਿਲ ਹੈ, ਉਸ ਤਰ੍ਹਾਂ ਭਗਵਾਨ ਨੂੰ ਪਾਣਾ ਮੁਸ਼ਕਿਲ ਹੈ। ਲੇਕਿਨ ਮਿਹਨਤ ਕਰਨੀ ਪੈਂਦੀ ਹੈ ਹਰ ਚੀਜ਼ ਲਈ। ਮਹਾਨ ਬਣਨ ਦੀ ਕੀਮਤ ਮਹਾਨ ਹੀ ਹੁੰਦੀ ਹੈ। ਤੁਹਾਡਾ ਰੂਟੀਨ ਕੀ ਹੈ, ਮਤਲਬ ਕੀ ਪ੍ਰਕਿਰਿਆ ਚੱਲ ਰਹੀ ਹੈ ਭਗਵਾਨ ਨੂੰ ਪਾਉਣ ਦੀ? ਅਸੀਂ ਉਹ ਤਾਂ ਚਲੋ ਇੱਕ ਡੇਲੀ ਦਾ ਜੋ ਰੂਟੀਨ ਹੈ ਸਭ ਦੀ, ਉਹ ਸਵੇਰੇ 3:30 ਵਜੇ ਸਾਰੇ ਉੱਠਦੇ ਆ, ਅਪਰੋਕਸੀਮੇਟ 3:30 ਪੌਣੇ 4। ਇੱਥੇ ਜਿੰਨੇ ਵੀ ਜਾਣੇ ਰਹਿੰਦੇ ਸਾਰੇ 3:30 ਕੰਪਲਸਰੀ ਹੈ ਆਰਤੀ ਦੇ ਵਿੱਚ। ਕਿੰਨੇ ਜਾਣੇ ਹੈਗੇ ਇੱਥੇ ਤੁਹਾਡੇ ਨਾਲ? ਅਸੀਂ ਇੱਥੇ 25 ਬੰਦੇ ਰਹਿੰਦੇ ਆ ਵੈਸੇ। ਓਕੇ। ਤੇ ਕੀ ਕਹਿੰਦੇ, 3:30 ਉੱਠਦੇ ਆ। ਉਸ ਤੋਂ ਬਾਅਦ ਨਹਾ ਧੋ ਕੇ 4:30 ਵਜੇ ਆਰਤੀ ਹੁੰਦੀ ਹੈ। 4:30 ਤੋਂ ਬਾਅਦ 5:15 ਤੱਕ ਆਰਤੀ ਹੁੰਦੀ ਹੈ। 7 ਵਜੇ ਤੱਕ ਅਸੀਂ ਜਪ ਕਰਦੇ ਹਾਂ, ਭਗਵਾਨ ਦਾ ਨਾਮ ਲੈਂਦੇ ਹਾਂ, ਹਰੇ ਕ੍ਰਿਸ਼ਨ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ, ਇਹ ਮੰਤਰ ਹੈ। ਤੇ ਉਸ ਤੋਂ ਬਾਅਦ ਜੋ ਜਿਹਦੀ ਸੇਵਾ ਹੈ, ਮੰਨ ਲਓ ਕਿਸੇ ਦੀ ਗਊਸ਼ਾਲਾ ਸੇਵਾ ਜਾਂ ਕੁਕਿੰਗ ਦੀ ਸੇਵਾ, ਤਾਂ ਉਹ ਸੇਵਾ 'ਚ ਚਲਾ ਜਾਂਦਾ ਹੈ। ਉਸ ਤੋਂ ਬਾਅਦ 11 ਵਜੇ ਸਾਡੀ ਕਲਾਸ ਹੁੰਦੀ ਹੈ, 11 ਤੋਂ 12 ਵਜੇ ਤੱਕ। ਫਿਰ ਉਸ ਤੋਂ ਬਾਅਦ ਕਿਉਂ ਕਰਕੇ ਅਸੀਂ 16 ਮਾਲਾਂ ਕਰਨੀ ਹੁੰਦੀਆਂ ਘੱਟੋ ਘੱਟ, 16 ਮਾਲਾਂ ਨੂੰ 3-3.5 ਘੰਟੇ ਲੱਗਦੇ। ਤਾਂ ਉਹ ਟਾਈਮ ਹੋ ਗਿਆ, ਪਲੱਸ ਪੜ੍ਹਾਈ ਹੋ ਗਈ, ਜੋ ਵੀ ਗ੍ਰੰਥ ਪੜ੍ਹਨੇ ਆ, ਇਹ ਸਭ ਚੀਜ਼ਾਂ। ਉਸ ਤੋਂ ਪੂਰਾ 1-1 ਮਿੰਟ ਬੰਨਿਆ ਹੋਇਆ ਹਰ ਬੰਦੇ ਦਾ। ਤੁਸੀਂ ਕਿਹਾ ਕਿ ਕਲਾਸ ਲੱਗਦੀ ਹੈ, ਕਲਾਸ ਕੌਣ ਲਗਾ ਰਿਹਾ ਹੈ ਔਰ ਉਹਦੇ ਵਿੱਚ ਤੁਹਾਨੂੰ ਕੀ ਦੱਸਿਆ ਜਾ ਰਿਹਾ ਹੈ? ਕਲਾਸ ਸਾਡੇ ਜਿਹੜੇ ਸੀਨੀਅਰ ਹੈ ਡਾਕਟਰ ਕੇਸ਼ਵਾਨੰਦ ਪ੍ਰਭੂ, ਤਾਂ ਉਹ ਕਰਦੇ ਆ, ਉਹ ਭਗਵਦ ਗੀਤਾ ਉੱਪਰ ਕਲਾਸ ਲੈਂਦੇ ਆ। ਅੱਛਾ ਜੀ। ਕਿ ਭਗਵਾਨ ਦਾ ਸਮਰਨ ਕਿਸ ਤਰ੍ਹਾਂ ਕਰਨਾ ਇਹ ਦੱਸ ਰਹੇ ਸੀਗੇ। ਤੇ ਪਲੱਸ ਭਗਵਾਨ ਦਾ ਸਮਰਨ ਕਰਨ ਨਾਲ, ਉਹਨਾਂ ਨੂੰ ਪ੍ਰੇਮ ਕਰਨ ਨਾਲ ਹੀ ਭਗਵਾਨ ਮਿਲ ਸਕਦੇ। ਜਦ ਤੱਕ ਜਿਸ ਤਰ੍ਹਾਂ ਬॉयਫ੍ਰੈਂਡ ਦੇ ਹਾਰਟ ਦੇ ਵਿੱਚ ਗਰਲਫ੍ਰੈਂਡ ਲਈ ਪ੍ਰੇਮ ਹੁੰਦਾ ਨਾ, ਅਗਰ ਗੱਲ ਕਰਾਂ ਤਾਂ ਉਸ ਤਰ੍ਹਾਂ ਭਗਵਾਨ ਲਈ ਪ੍ਰੇਮ ਹੋਣਾ ਜ਼ਰੂਰੀ ਹੈ। ਅਦਰਵਾਈਜ਼ ਬਿਨਾਂ ਪ੍ਰੇਮ ਤੋਂ ਭਗਵਾਨ ਨਹੀਂ ਮਿਲਣਾ। ਕੋਈ ਵੀ ਚੀਜ਼ ਹੈ, ਕੋਈ ਵੀ ਇਨਸਾਨ ਹੈ, ਜਿੱਥੇ ਪਿਆਰ ਨਹੀਂ ਹੈਗਾ, ਜੇ ਤੁਸੀਂ ਜਾਨਵਰ ਨੂੰ ਵੀ ਪਿਆਰ ਨਹੀਂ ਕਰੋਗੇ ਵੀ ਤੁਹਾਨੂੰ ਮਾਰੇਗਾ। ਇੱਕ ਸਿੰਪਲ ਪ੍ਰੈਕਟੀਕਲ ਹੈ। ਅੱਛਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਆ 5 ਚੀਜ਼ਾਂ ਦੇ ਉੱਪਰ ਜੇ ਕਹਿੰਦੇ ਨੇ ਹਾਂ ਇਹਨਾਂ ਤੇ ਕੰਟਰੋਲ ਪਾ ਲਿਆ ਜਾਵੇ ਤਾਂ ਫਿਰ ਜਿਹੜੀ ਨਾਰਮਲ ਲਾਈਫ ਵੀ ਜੀ ਰਹੇ ਹਾਂ,
ਸਾਡੇ ਵਰਗੇ ਲੋਕ ਅਸੀਂ ਬਾਹਰ ਰਹਿ ਰਹੇ ਹਾਂ ਜਿਵੇਂ, ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਕੀ ਬਦਲਾਵ ਆ ਸਕਦੇ ਤੇ ਇਹ ਸਾਰੀਆਂ ਚੀਜ਼ਾਂ ਤੇ ਕੰਟਰੋਲ ਕਿਵੇਂ ਕੀਤਾ ਜਾ ਸਕਦਾ? ਕੰਟਰੋਲ ਦਾ ਇੱਕੋ ਮਾਰਗ ਹੈ ਡਿਵੋਸ਼ਨ, ਭਗਤੀ। ਅਦਰਵਾਈਜ਼ ਤੁਸੀਂ ਅਗਰ ਤੁਸੀਂ ਧਿਆਨ ਕਰਦੇ ਆ ਲੋਕ ਮੈਡੀਟੇਟ ਕਰਦੇ ਆ ਨਾ, ਮੈਡੀਟੇਟ ਕਰਕੇ ਤੁਸੀਂ ਥੋੜੇ ਟਾਈਮ ਲਈ ਮਨ ਨੂੰ ਸ਼ਾਂਤ ਤਾਂ ਕਰ ਲੋਗੇ, ਲੇਕਿਨ ਪਰਮਾਨੈਂਟ ਸੋਲੂਸ਼ਨ ਨਹੀਂ ਹੋਏਗਾ ਜੀ। ਜਿਵੇਂ ਹੀ ਸੈਂਸ ਆਬਜੈਕਟ ਤੁਹਾਡੇ ਅੰਡਰ ਦੇ ਵਿੱਚ ਆਣਗੇ ਤੁਸੀਂ ਅਨਕੰਟਰੋਲ ਹੋ ਜਾਓਗੇ। ਤਾਂ ਉਹਦਾ ਇੱਕ ਇਹ ਹੁੰਦਾ ਨਾ ਕਿ ਜਿਸ ਤਰ੍ਹਾਂ ਇੱਕ ਫੈਮਿਲੀ ਮੈਂਬਰ ਆਪਣੇ ਪਰਿਵਾਰ ਲਈ ਸਾਰਾ ਕੁਝ ਸੈਕਰੀਫਾਈ ਕਰ ਦਿੰਦਾ ਉਹਨਾਂ ਨੂੰ ਪਾਲਣ ਪੋਸ਼ਣ ਲਈ, ਉਸੇ ਤਰ੍ਹਾਂ ਜਦ ਭਗਵਾਨ ਦੇ ਨਾਲ ਅਟੈਚਮੈਂਟ ਹੋਏਗੀ ਤਾਂ ਇਹ ਚੀਜ਼ਾਂ ਆਪਣੇ ਆਪ ਕੰਕਰ ਹੋ ਜਾਣਗੀਆਂ। ਪ੍ਰੇਮ ਭੁੱਖ ਪਿਆਸ ਨੀਂਦ ਉੱਪਰ ਉਠਾ ਦਿੰਦਾ ਹੈ। ਪ੍ਰੇਮ ਜਿਹੜਾ ਹੈ ਨਾ ਬੰਦੇ ਨੂੰ ਭੁੱਖ ਪਿਆਸ ਨੀਂਦ ਤੋਂ ਉੱਪਰ ਉਠਾ ਦਿੰਦਾ ਹੈ। ਪਰ ਜੇ ਆਪਾਂ ਓਸ਼ੋ ਦੀ ਗੱਲ ਕਰ ਲੈਨੇ, ਚਲੋ ਪ੍ਰੇਮ ਦੀ ਗੱਲ ਕੀਤੀ ਤੁਸੀਂ, ਉਹਨਾਂ ਨੇ ਕਿਹਾ ਸੀਗਾ ਕਿ ਭੁੱਖ ਪਿਆਸ ਇਹ ਹਰ ਇੱਕ ਚੀਜ਼ ਤੋਂ ਉੱਪਰ ਉੱਠਣ ਲਈ ਤਰੀਕਾ ਹੈਗਾ ਕਿ ਤੁਸੀਂ ਕਿਸੇ ਪਾਸੇ ਜਦੋਂ ਧਿਆਨ ਲਗਾ ਰਹੇ ਹੋ ਨਾ ਔਰ ਤੁਹਾਡਾ ਧਿਆਨ ਇੱਕ ਪਾਸੇ ਹੋ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਆਟੋਮੈਟਿਕਲੀ ਹੀ ਚਲੀਆਂ ਜਾਣਗੀਆਂ, ਚਾਹੇ ਉਹ ਤੁਸੀਂ ਪੂਜਾ ਪਾਠ ਕਰਕੇ ਕਰ ਰਹੇ ਹੋ, ਚਾਹੇ ਕਿਸੇ ਹੋਰ ਕੰਮ ਦੇ ਵਿੱਚ ਧਿਆਨ ਲਗਾ ਰਹੇ ਹੋ। ਇਹਨੂੰ ਅਲੱਗ ਕਰੋਗੇ? ਹਾਂ, ਉਹਨਾਂ ਦਾ ਇਹ ਹੈ ਕਿ ਉਹਨਾਂ ਦਾ ਕਹਿਣਾ ਐਵੇਂ ਕੋਈ ਬਿਜ਼ਨਸਮੈਨ ਹੈ, ਉਹ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਜਾਂ ਫਿਰ ਬਿਜ਼ਨਸ ਵਿੱਚ ਅੱਗੇ ਵਧਣ ਲਈ ਜਾਂ ਪੈਸੇ ਕਮਾਉਣ ਲਈ ਭੁੱਖ ਪਿਆਸ ਨੀਂਦ ਸਭ ਤੋਂ ਉੱਪਰ ਉੱਠ ਜਾਂਦਾ ਹੋ ਜਾਂਦਾ ਕਿ ਨਹੀਂ ਹੁੰਦਾ? ਉਹਨੂੰ ਕੋਈ ਚਿੰਤਾ ਨਹੀਂ ਹੈ ਭੁੱਖ ਦੀ, ਕਦ ਖਾਣਾ ਹੈ, ਕੁਝ ਨਹੀਂ, ਉਹਨੂੰ ਪੈਸੇ ਦਿਖ ਰਹੇ ਹੈ। ਉਹ ਤਾਂ ਇਹ ਸਿਧਾਂਤ ਹੈ, ਇਹ ਪ੍ਰਿੰਸੀਪਲ ਹੈ। ਇਹ ਪ੍ਰਿੰਸੀਪਲ ਤੁਸੀਂ ਕਿੱਥੇ ਵੀ ਐਪਲੀਕੇਸ਼ਨ ਕਰੋਗੇ ਤਾਂ ਉਹ ਕੰਮ ਕਰੇਗਾ। ਤਾਂ ਉਸੇ ਤਰ੍ਹਾਂ ਹਿਊਮਨ ਬੋਡੀ ਦਾ ਜਿਹੜਾ ਹਿਊਮਨ ਹੈ ਉਹਦਾ ਗੋਲ ਹੈ ਭਗਵਾਨ ਨੂੰ ਪ੍ਰਾਪਤ ਕਰਨਾ, ਭਗਤੀ ਕਰਨਾ। ਅਸੀਂ ਇਸੇ ਲਈ ਸੰਸਾਰ 'ਚ ਆਏ ਨਾ। ਤਾਂ ਅਗਰ ਗੋਲ ਭਗਤੀ ਕਰਨਾ ਹੈ, ਭਗਵਾਨ ਨੂੰ ਪ੍ਰਾਪਤ ਕਰਨਾ ਹੈ, ਤਾਂ ਉਹ ਜੋ ਪ੍ਰਿੰਸੀਪਲ ਹੈ ਉਹ ਕਿੱਥੇ ਫਿੱਟ ਕਰਾਂਗੇ ਅਸੀਂ ਭਗਵਾਨ ਨੂੰ ਪ੍ਰਾਪਤ ਕਰਨ ਲਈ? ਤਾਂ ਓਸ਼ੋ ਨੇ ਕਿਹਾ ਜਿੱਥੇ ਮਰਜ਼ੀ ਕਰ ਲਓ ਉੱਥੇ ਹੋ ਜਾਏਗਾ, ਹੋ ਤਾਂ ਜਾਏਗਾ ਲੇਕਿਨ ਉਹ ਪਰਮਾਨੈਂਟ ਨਹੀਂ ਰਹੇਗਾ। क्यों करके जिन्ने भी चीज़ें हैं की है संसार दी जिन्ने भी चीज़ें की है टैंपरेरी है ना, तो परमानेंट कौन है? भगवान है। तो भगवान दे विच लाओगे तो परमानेंट खत्म हो जाए। पर भगवान नूं लैके तो बहुत सारे लोग कन्फ्यूजन खड़ी कर देंगे ने कि भगवान है, कोई कहते भगवान नहीं है, आस्तिक नास्तिक वाला कंसैप्ट आ जाता है। एवें तो एथिस्टिक थीस्ट दोवें हैगे तो वो आके करन डिबेट फिर अगर इहो जी गल है। एवें तो फिर भुख किहने देखी है? भुख देखी है तो भुख तो लगती होनी, ਤੁਹਾਨੂੰ ਪੇਨ ਵੀ ਹੁੰਦਾ ਹੋਣਾ, ਤਾਂ ਕਿਹਨੇ ਦੇਖਿਆ? ਤੁਸੀਂ ਮਨ ਦੇਖਿਆ ਆਪਣਾ? ਨਹੀਂ ਦੇਖਿਆ, ਲੇਕਿਨ ਸਾਰੀ ਸੰਸਾਰ ਨੂੰ ਪਰੇਸ਼ਾਨ ਕਿਹਨੇ ਕਰਿਆ? ਮਨ ਨੇ। ਤਾਂ ਫਿਰ ਇਹਦਾ ਮਤਲਬ ਕਿ ਨਹੀਂ ਹੈ ਉਹ ਬੁੱਧੀ ਦੇਖੀਏ ਤੁਸੀਂ ਆਪਣੀ, ਉਹੀ ਜਾਂ ਸਾਰੀ ਕੌਣ ਕੰਮ ਕਰ ਰਿਹਾ ਹੈ? ਇੱਕ ਕਾਮਨ ਸੈਂਸ ਹੈ। ਚਲੋ ਮੈਂ ਕਹਿੰਦਾ ਨਾਸਤਿਕ ਆਸਤਿਕਤਾ ਵੀ ਗੱਲ ਛੱਡੋ, ਕਾਮਨ ਸੈਂਸ ਹੈ ਇੱਕ, ਮਤਲਬ ਉਹ ਕਹਿੰਦੇ ਨੇ ਕਾਮਨ ਸੈਂਸ ਇਜ਼ ਅਨਕਾਮਨ, ਉਹ ਹੋ ਚੁੱਕੀ ਹੈ। ਓਕੇ, ਚਲੋ ਮੁਕਤੀ ਦਾ ਰਾਹ ਕੀ ਹੈ ਫਿਰ ਇਹ ਦੱਸੋ ਤੁਹਾਡੇ ਲਈ, ਮੇਰੇ ਲਈ, ਬੱਚਿਆਂ ਲਈ, ਬਜ਼ੁਰਗ? ਅੱਛਾ, ਕੋਈ ਬੱਚੇ ਚਲੇ ਜਾਂਦੇ ਨੇ ਕਾਫੀ ਛੋਟੀ ਉਮਰ ਦੇ ਵਿੱਚ? ਅੱਛਾ, ਸਾਡੇ ਗੁਰੂਕੁਲ ਵੀ ਹੈ। ਓਕੇ, ਇੱਥੇ 5 ਸਾਲ ਮਤਲਬ 5 ਬੱਚੇ ਆ ਸਾਡੇ ਕੋਲ। ਅੱਛਾ, 10 ਸਾਲ ਤੋਂ ਨੀਚੇ ਵਾਹ। ਉਹ ਵੀ 3:30 ਵਜੇ ਹੀ ਉੱਠਦੇ ਆ। ਉਹ ਖੁਦ ਉਹਨਾਂ ਦੇ ਪੇਰੈਂਟਸ ਦੇ ਕਹਿ ਕੇ ਗਏ ਕਿ ਨਹੀਂ ਤੁਹਾਡੀ ਤਰ੍ਹਾਂ ਪੇਰੈਂਟਸ ਨਹੀਂ ਭੇਜਿਆ? ਪੇਰੈਂਟਸ ਨਹੀਂ ਭੇਜੇ। ਤੁਹਾਨੂੰ ਮੈਂ ਮਿਲਾਨਾ ਵੈਸੇ ਨਾ। ਓਕੇ, ਚਲੋ ਉਹਨਾਂ ਤੇ ਉਹ ਬਰਕਤ ਹੋਈ ਹੈ ਆਪਾਂ ਕਹਿ ਸਕਦੇ ਹਾਂ। ਮੈਂ ਉਹ ਪੁੱਛ ਰਹੀ ਸੀ ਕਿ ਕਈ ਜੇ ਆਪਾਂ ਮ੍ਰਿਤਿੂ ਦੀ ਗੱਲ ਕਰਦੇ ਹਾਂ, ਕਈ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਂਦੇ ਨੇ, ਉਹਦਾ ਕੀ ਕਾਰਨ ਮੰਨਦੇ ਹੋ? ਕਿਉਂ ਹੁੰਦੇ? ਛੋਟੀ ਉਮਰ ਦੇ ਵਿੱਚ ਡੈਥ ਹੋ ਜਾਂਦੀ ਹੈ ਹਾਂ, ਮਤਲਬ 2 ਸਾਲ ਦਾ ਬੱਚਾ, 6 ਮਹੀਨੇ ਦਾ ਬੇਬੀ, ਐਦਾਂ। ਉਹਦਾ ਡਿਸਾਈਡਡ ਹੀ ਇਸ ਤਰ੍ਹਾਂ ਸੀਗਾ। ਅੱਛਾ, ਪਿਛਲੇ ਸਭ ਕੁਝ ਭਗਵਾਨ ਨੇ, ਹਾਂ, ਪ੍ਰੀ ਡਿਸਾਈਡ ਹੈ ਸਭ ਕੁਝ। ਲੇਕਿਨ ਮੰਨ ਲਓ ਹੁਣ ਤੁਸੀਂ ਕਹੋਗੇ ਲੋਕ ਡਿਵੋਸ਼ਨ ਕਿਉਂ ਨਹੀਂ ਕਰਦੇ, ਤਾਂ ਇਹ ਪ੍ਰੀ ਡਿਸਾਈਡਡ ਨਹੀਂ ਹੈ ਡਿਵੋਸ਼ਨ, ਭਗਤੀ। ਉਹ ਤੁਹਾਡੀ ਫ੍ਰੀ ਵਿਲ ਤੇ ਡਿਪੈਂਡ ਕਰਦਾ ਹੈ। हाँ, क्योंकि हर कोई कह सकता है कि चलो रब की मंजूरी होगी तो मैं कर लूंगा, मैंने माता रानी बुलाएगी मैं चला जाऊंगा। ਇਹ ਨਾਰਮਲ ਲੋਕ ਕਹਿੰਦੇ ਆ। ਲੇਕਿਨ ਮੈਨੂੰ ਇਹ ਦੱਸੋ, ਉਹਨਾਂ ਤੋਂ ਇਹ ਪੁੱਛੋ ਤੁਸੀਂ ਵਿਆਹ ਪ੍ਰੀ ਡਿਸਾਈਡਡ ਸੀਗਾ ਤੁਹਾਡਾ? ਗਰਲਫ੍ਰੈਂਡ ਬਣਾ ਲੈਂਦੇ ਹੋ ਫਿਰ ਵਿਆਹ ਕਰ ਲੈਂਦੇ ਹੋ। ਬਹੁਤ ਸਾਰੇ ਕਹਿਣਗੇ ਹਾਂ ਲਵ ਮੈਰਿਜ ਸੀ, ਪ੍ਰੀ ਡਿਸਾਈਡਡ ਸੀ ਸਾਡਾ। ਤੁਸੀਂ ਆਪ ਜਾ ਕੇ ਐਫਰਟ ਕਰਿਆ ਨਾ, ਬੱਚੇ ਲਈ ਐਫਰਟ ਕਰਿਆ ਨਾ, ਬੱਚੇ ਨੂੰ ਪੜਾਉਣ ਦਾ ਐਫਰਟ ਹੀ ਤਾਂ ਕਰ ਰਹੇ ਹੋ, ਹਰ ਚੀਜ਼ ਐਫਰਟ ਹੀ ਤਾਂ ਚੱਲ ਰਿਹਾ ਹੈ, ਮਿਹਨਤ ਤਾਂ ਕਰ ਰਹੇ ਹੋ। ਤਾਂ ਇਹਦਾ ਮਤਲਬ ਤੁਹਾਡੀ ਇੱਛਾ ਹੈ ਨਾ, ਤਾਂ ਉਸੇ ਤਰ੍ਹਾਂ ਭਗਤੀ ਕਰਨ ਦੀ ਵੀ ਇੱਛਾ ਹੋਣੀ ਚਾਹੀਦੀ ਹੈ। ਓਕੇ, ਯਾਨੀ ਕਿ ਇਹ ਚੀਜ਼ ਪ੍ਰੀ ਡਿਸਾਈਡਡ ਨਹੀਂ ਹੈ। ਇਹ ਨਹੀਂ ਹੈ, ਤੁਹਾਡੀ ਇੱਛਾ ਉੱਪਰ ਡਿਪੈਂਡ ਕਰਦੀ ਹੈ। ਇਸੇ ਲਾਈਫ ਤੇ ਵੀ ਜਦੋਂ ਭਗਵਾਨ ਤੁਹਾਨੂੰ ਰਸਤਾ ਦਿੰਦੇ ਆ, ਤੁਸੀਂ ਕਰੋਗੇ। ਹਾਂ, ਰਸਤਾ ਦੇ ਦਿੰਦੇ ਆ, ਇੱਛਾ ਤੁਹਾਡੀ ਹੈ ਚੱਲਣਾ ਨਾ ਚੱਲਣਾ। ਅਗਰ ਤੁਸੀਂ ਭਗਤੀ ਕਰਨਾ ਚਾਹੁੰਦੇ ਹੋ, ਭਗਵਾਨ ਕਹਿ ਰਿਹਾ ਮੈਂ ਹੈਲਪ ਕਰਾਂਗਾ।
ਨਹੀਂ ਪਰ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਬਾਕੀ ਚੀਜ਼ਾਂ ਪ੍ਰੀ ਡਿਸਾਈਡਡ ਨੇ, ਆਪਣਾ ਮਰਨਾ ਪ੍ਰੀ ਡਿਸਾਈਡਡ ਹੈ, ਆਪਣਾ ਕਿਹਨੂੰ ਮਿਲਣਾ ਹੈ, ਆਪਾਂ ਕਹਿੰਦੇ ਨਹੀਂ ਸੰਯੋਗ ਦੇ ਨਾਲ ਵਿਆਹ ਹੋਇਆ, ਇਹ ਸਭ ਕੁਝ ਪ੍ਰੀ ਡਿਸਾਈਡਡ ਹੈ। ਫਿਰ ਇਹ ਕਿਉਂ ਨਹੀਂ ਪ੍ਰੀ ਡਿਸਾਈਡਡ ਕਿ ਜੇ ਮੇਰੀ ਕਿਸਮਤ ਦੇ ਵਿੱਚ ਹੋਏਗਾ ਤਾਂ ਮੈਂ ਕਰ ਲੂੰਗਾ, ਜਾਂ ਫਿਰ ਜੇ ਮੈਨੂੰ ਰੱਬ ਉੱਧਰ ਲੈ क्यों के करके जाएंगे? भक्ति किसी के ऊपर डिपेंड नहीं है। अगर पहला ही डिसाइडेड हो चुकी होवे फिर तो लोग कोई भी नहीं जाएगा भगवान को। मतलब फिर तो वो कहेंगे यार वो कर सकता है, क्यों करके ਉਹਦੀ ਲਾਈਫ ਦੇ ਵੀ ਲਿਖਿਆ ਮੈਂ ਨਹੀਂ ਕਰ ਸਕਦਾ। ਫਿਰ ਹੁਣ ਜਿਹੜੇ ਲੋਕ ਇੱਥੇ ਆਏ ਨੇ ਉਹ ਕਹਿਣਗੇ ਸਾਡੇ ਤੇ ਕਿਰਪਾ ਹੋਈ ਹੈ, ਮਤਲਬ ਆਪਾਂ ਕਹਿੰਦੇ ਆ ਕਿ ਨਹੀਂ ਯਾਰ ਇਹ ਇਹਨਾਂ ਨੂੰ ਆਲਰੇਡੀ ਐਵੇਂ ਦਾ ਰੱਖਿਆ ਗਿਆ ਸੀ ਸ਼ੁਰੂ ਤੋਂ, ਨਹੀਂ ਇਹੋ ਜੀ ਗੱਲ ਬਣਾਇਆ ਗਿਆ ਸੀ। ਨਹੀਂ, ਕਈ ਲੋਕ ਤੁਸੀਂ ਦੇਖੋ ਉਹਨਾਂ ਦਾ ਬੈਕਗ੍ਰਾਉਂਡ ਬਿਲਕੁਲ ਡਿਵੋਸ਼ਨ ਨਹੀਂ ਹੈ ਲੇਕਿਨ ਫਿਰ ਵੀ ਆ ਗਏ। ਇੱਕ ਕਨਸੈਪਟ ਅੱਛਾ ਕੀ ਡਿਵੋਸ਼ਨ ਵੱਲ ਆਉਣ ਦਾ ਮੁੜਨ ਦਾ ਕਾਰਨ ਹਰੇਕ ਦਾ ਦੁੱਖ ਹੋ ਸਕਦਾ ਹੈ? ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ, ਅਗਲਾ ਕਹਿੰਦਾ ਕਿ ਮੈਂ ਇੱਥੋਂ ਪਰੇਸ਼ਾਨ ਸੀ ਹੁਣ ਮੈਂ ਆਸ਼ਰਮ ਚਲਾ ਜਾਂਦਾ ਹੈ ਨਾ, ਕਿ ਮੇਰਾ ਇਹ ਛੁੱਟ ਗਿਆ, ਮੇਰਾ ਇਹ ਹੋ ਗਿਆ ਤਾਂ ਮੈਂ ਹੁਣ ਆਸ਼ਰਮ ਚਲਾ ਜਾਂਦਾ। ਇਹ ਵੀ ਹੁੰਦਾ। ਭਗਵਾਨ ਕਹਿ ਰਹੇ ਚਾਰ ਤਰ੍ਹਾਂ ਦੇ ਲੋਕ ਮੇਰੇ ਕੋਲ ਆਉਂਦੇ ਆ, ਦੁਖੀ, ਗਿਆਨੀ, ਇੱਕ ਜਿਨ੍ਹਾਂ ਨੂੰ ਪੈਸੇ ਦੀ ਇੱਛਾ ਹੈ। ਪੈਸੇ ਵਾਲੇ ਵੀ ਆਉਂਦੇ ਨੇ? ਹਾਂ, ਸਗੋਂ ਇੱਥੇ ਆ ਕੇ ਪੈਸੇ ਦਾ ਤਿਆਗ ਨਹੀਂ? ਇੱਥੇ ਨਹੀਂ, ਮਤਲਬ ਭਗਵਾਨ ਕਹਿ ਰਹੇ ਮੇਰੇ ਕੋਲ, ਅੱਛਾ ਠੀਕ, ਮੇਰੇ ਕੋਲ ਜੋ ਆਉਂਦੇ ਆ ਕਿ ਜਿਨ੍ਹਾਂ ਨੂੰ ਪੈਸੇ ਦੀ ਇੱਛਾ ਹੈ, जो दुखी हैं, जो ज्ञान लेना चाहते हैं, उस चार तरह के लोग हैं जो मेरे को आते हैं। तो उन्होंने विचों टॉप मोस्ट ज्ञानी है, वो एक अलग मैटर है। लेकिन पॉइंट है कि इस तो बाद ही व्यक्ति इन्होंने चारों के चीज़ों तो जिवें भगवान को आते हैं, भगवान हैल्प करते हैं उन्होंने चीज़ां समझाने की। पहला चीज़ां दे देंगे हैं, फिर फेथ बढ़ाते हैं, फेथ बता देंगे हैं ना। अगर किसी तो भगवान तो आप कुछ मांग रहे हैं, मान लो कोई पैसा मांग रहे हैं, हाँ तो उन्हें भगवान ने दे दिता तो फेथ बढ़ गया ना उदा जी। फेथ बढ़ने तो बाद भगवान कह रहे हैं कि मेरी गल अगे मन कि इन्होंने चीज़ों को छड़ दो, ये तेरा नुकसान करेंगे। फिर जब एक बार फेथ आ गया फिर भगवान एक स्टैप होर ऊपर ले जाते हैं, फिर होर ऊपर ले जाते हैं। एवं करते करते बंदे नूं समझ आ जाता है भाई ये गंद है छड्डो। क्यों करके इत्थे जिन्ने भी बंदे तुसीं देख रहे हो सब अच्छी फैमिली तो, रेप्यूटेड फैमिली तो। मैनूं तो कोई दुख नहीं सी घर च। होर भी हैं बिजनेसमैन, जॉब करने वाले, लाख 2 लाख 3 लाख रुपये महीना भी कमा के। ਜਿਹੜੇ ਸਾਡੇ ਸੀਨੀਅਰ ਆ ਉਹੀ ਸਾਇੰਟਿਸਟ ਹੈ, ਉਹੀ ਡਾਕਟਰ ਹੈ। ਤੁਸੀਂ ਮਤਲਬ ਜਦੋਂ ਆਏ ਹੋ ਤੁਸੀਂ ਕੀ ਸੋਚ ਕੇ ਆਏ ਹੋ? ਇੱਕ ਦਿਨ ਉਹ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਸੁੱਤੇ, ਅਗਲਾ ਦਿਨ ਉਹ ਜਦੋਂ ਤੁਸੀਂ ਇੱਥੇ ਆ ਕੇ ਸੋ ਰਹੇ ਸੀ? ਇੱਕ ਫਲੋ ਤਾਂ ਚੱਲ ਰਿਹਾ ਹੁੰਦਾ ਨਾ, ਨਿਕਲਣਾ ਸੰਸਾਰ ਤੋਂ। ਹਾਂ ਮਤਲਬ ਉਹਦੇ ਵਿੱਚ ਫਿਰ ਵੀ ਇੱਕ ਡਿਫਰੈਂਸ ਤਾਂ ਹੁੰਦਾ ਹੀ ਨਾ। ਦਿਮਾਗ ਆਪਣਾ ਠੀਕ ਹੈ, ਤੁਸੀਂ ਮਾਈਂਡ ਸੈਟ ਕਰ ਲਿਆ ਕਿ ਮੇਰਾ ਰਸਤਾ ਇਹੀ ਹੈ, ਮੈਂ ਤਾਂ ਐਵੇਂ ਹੀ ਚੱਲ ਰਿਹਾ, ਬਟ ਫਿਰ ਵੀ ਕੁਝ ਫਰਕ। ਕੋਈ ਵੀ ਵਿਅਕਤੀ ਹੈ ਉਹ ਧੀਰੇ ਧੀਰੇ ਪ੍ਰੈਕਟਿਸ ਕਰਕੇ ਹੀ ਪਹੁੰਚਦਾ। ਹਾਂ ਬਿਨਾਂ ਪ੍ਰੈਕਟਿਸ ਸਡਨਲੀ ਕੋਈ ਛੱਡ ਕੇ ਨਹੀਂ ਆਏਗਾ। ਉਹ ਬਹੁਤ ਰੇਅਰ ਚਾਂਸ ਹੁੰਦੇ ਕਿ ਜਿਹਨਾਂ ਨੂੰ ਪਿਛਲੇ ਜਨਮ ਦੀ ਐਕਚੁਅਲੀ ਡਿਵੋਸ਼ਨ ਦਾ ਇੱਕ ਫੈਕਟ ਕੀ ਹੈ, ਅਗਰ ਮੈਂ ਅੱਜ ਮਰ ਜਾਣਾ ਤਾਂ ਮੇਰੀ ਡਿਵੋਸ਼ਨ ਅਗਲੇ ਜਨਮ ਵਿੱਚ ਇੱਥੋਂ ਹੀ ਸਟਾਰਟ ਹੋਈ। ਓਕੇ, ਜਦ ਤੱਕ ਮੁਕਤੀ ਨਹੀਂ ਮਿਲੇਗੀ। ਹਾਂ ਅੱਛਾ, ਮੁਕਤੀ ਹਰ ਇਨਸਾਨ ਲਈ ਹੈ ਕਿ ਜਦ ਤੱਕ ਮੁਕਤ ਨਹੀਂ ਹੋਏਗਾ ਉਹ ਜਾਏਗਾ ਨਹੀਂ? ਮੁਕਤੀ ਬਾਰ-ਬਾਰ ਆਈ ਜਾਏਗਾ ਇਸੇ ਦੁਨੀਆ ਦੇ ਵਿੱਚ ਸਰਕਲ ਦੇ ਵਿੱਚ ਫਸਿਆ ਰਹੇਗਾ। ਜਦ ਤੱਕ ਤੁਸੀਂ ਆਪਣੇ ਪਾਪ ਖਤਮ ਨਹੀਂ ਕਰਦੇ ਤੇ ਭਗਵਾਨ ਨਾਲ ਪ੍ਰੇਮ ਨਹੀਂ ਹੋ ਜਾਂਦਾ ਤਦ ਤੱਕ ਤੁਸੀਂ ਇਸ ਸੰਸਾਰ ਦੇ ਵਿੱਚ ਤੁਹਾਨੂੰ ਵਾਪਸ ਆਉਣਾ ਹੈ। ਇੱਕ ਰੀਜ਼ਨ ਇਹ ਵੀ ਹੈ, ਪਲੱਸ ਦੂਜਾ ਕਿ ਇਸ ਸੰਸਾਰ ਦੇ ਵਿੱਚ ਆਉਣ ਦਾ ਇੱਕ ਰੀਜ਼ਨ ਇਹ ਹੈ ਕਿ ਤੁਹਾਡੀ ਡਿਜ਼ਾਇਰ ਹੈ, ਆਪਣੀ ਇੱਛਾਵਾਂ ਨੂੰ ਚੇਂਜ ਕਰਨਾ ਪੈਣਾ, ਇੱਛਾਵਾਂ ਨੂੰ ਭਗਵਾਨ ਕੋਲ ਵਾਪਸ ਜਾਣ ਲਈ ਕਰਨਾ ਪੈਣਾ। ਇੱਕ ਇੰਟੈਂਸ ਡਿਜ਼ਾਇਰ ਚਾਹੀਦੀ ਹੈ, ਮੈਨੂੰ ਵਾਪਸ ਜਾਣਾ ਹੈ ਭਗਵਾਨ ਕੋਲ। ਨਹੀਂ ਤਾਂ ਅਗਰ ਤੁਹਾਨੂੰ ਇੱਥੇ ਸਮੋਸਾ ਖਾਣ ਦੀ ਇੱਛਾ ਰਹੇਗੀ ਨਾ ਫਿਰ ਵਾਪਸ ਆਉਣਾ ਪੈਣਾ ਤੁਹਾਨੂੰ। ਅਦਰਵਾਈਜ਼ ਤੁਹਾਨੂੰ ਵਾਪਸ ਆਉਣਾ ਹੀ ਪੈਣਾ, ਇਹ ਦੁੱਖ ਭੋਗਣੇ ਹੀ ਪੈਣਾ। ਦੁੱਖ ਦੋਸ਼ ਅਨੁਦਰਸ਼ਨ ਭਗਵਾਨ ਕਹਿ ਰਹੇ, ਜਨਮ ਮ੍ਰਿਤੂ ਜਰਾ ਵਿਆਧੀ ਦੁੱਖ ਦੋਸ਼ ਅਨੁਦਰਸ਼ਨ। ਭਗਵਾਨ ਕਹਿ ਰਹੇ ਜਨਮ ਮ੍ਰਿਤੂ ਦੇਖੋ ਤੇ ਬੁਢਾਪਾ ਦੇਖੋ, ਬਿਮਾਰੀਆਂ ਦੇਖੋ, ਇਹ ਦੇਖਣ ਦਾ ਪ੍ਰयास ਕਰੋ। ਲੋਕ ਇਹਨਾਂ ਨੂੰ ਵੀ ਕਵਰ ਕਰ ਰਹੇ ਹਨ ਤਾਂ ਕਿ ਦਿਖੇ ਨਾ, ਬਸ ਚੱਲਦਾ ਰਹੇ ਬੰਦਾ। ਉਹ ਇਹੀ ਚੀਜ਼ਾਂ ਸਜਾ ਕੇ ਪੇਸ਼ ਕੀਤੀਆਂ ਜਾਂਦੀਆਂ, ਇਸ ਕਰਕੇ ਉਹ ਦਿਖਦੀਆਂ ਨਹੀਂ ਹੈ। ਇਹ ਬੋਡੀ ਕੀ ਹੈ, ਗੰਦੀ ਤਾਂ ਹੈ ਲੇਕਿਨ ਉਹਨੂੰ ਕੀ ਕਰਨਾ, ਸਜਾ ਰਹੇ। ਉਹ ਮੈਂ ਬਹੁਤ ਪਹਿਲਾਂ ਸੁਣਿਆ ਸੀਗਾ ਕਿ ਮਤ ਰੀਝਣਾ ऊपर की सफाई पर, मत रीझना ऊपर की सफाई पर, ये तो सोने का वर्क चढ़ा है मिट्टी की मिठाई। ਬਿਲਕੁਲ ਸਹੀ ਹੈ। ਅੱਛਾ, ਇੱਕ ਕੁਐਸਚਨ ਹੋਰ ਆਉਂਦਾ, ਜੇ ਆਪਾਂ ਕਹਿ ਰਹੇ ਹਾਂ ਕਿ ਉਹੀ ਆਤਮਾਵਾਂ ਵਾਪਸ ਆ ਰਹੀਆਂ ਨੇ ਬਾਰ-ਬਾਰ, ਹਾਂ ਹੈ ਨਾ, ਉਹੀ ਆ ਰਹੀਆਂ ਨੇ, ਫਿਰ ਪੋਪੂਲੇਸ਼ਨ ਕਿਵੇਂ ਵੱਧ ਰਹੀ ਹੈ? ਪੋਪੂਲੇਸ਼ਨ ਕਿਵੇਂ ਵੱਧ ਰਹੀ ਹੈ? ਇਹ ਕੀੜੇ ਮਕੌੜਿਆਂ ਜਿਹੜੇ, ਅੱਛਾ, ਗਾਂ ਤੋਂ ਬਾਅਦ ਹਿਊਮਨ ਬੋਡੀ ਮਿਲਦੀ ਹੈ ਅਕੋਰਡਿੰਗ ਟੂ ਸਕ੍ਰਿਪਚਰ। ਗਾਂ ਤੋਂ ਬਾਅਦ ਹਿਊਮਨ ਬੋਡੀ ਗਾਂ ਜਦ ਮਰਦੀ ਹੈ ਉਸ ਤੋਂ ਬਾਅਦ ਅੱਛਾ ਡੱਡੂ ਮੱਛੀ ਹੈ ਉਹ ਜਿਹੜਾ ਉਹ ਸਰਕਲ ਪੂਰਾ ਦਿਖਾਇਆ ਹੁੰਦਾ, ਉਸ ਤੋਂ ਸਰਕਲ ਬਣਾ ਕੇ ਨਾ ਫਿਰ ਗਾਂ ਤੋਂ ਬਾਅਦ ਇੱਕ ਦੋ ਤਿੰਨ ਸਪੀਸੀਜ਼ ਹੋਰ ਵੀ ਹੈ, 2 ਸਪੀਸੀਜ਼, ਹਾਂਜੀ, ਉਹ ਮੈਨੂੰ ਯਾਦ ਨਹੀਂ ਹੈ, ਲੇਕਿਨ ਗਾਂ ਤੋਂ ਬਾਅਦ ਹਿਊਮਨ ਬੋਡੀ ਮਿਲਦੀ ਹੈ। ਅੱਛਾ, ਇਸ ਕਰਕੇ ਪੋਪੂਲੇਸ਼ਨ ਡਬਲ ਹੁੰਦੀ ਜਾ ਰਹੀ ਹੈ। ਇਟ ਮੀਨਸ ਫਿਰ ਇਹ ਜਾਨਵਰ ਆਪਣੇ ਨਾਲੋਂ ਜ਼ਿਆਦਾ ਭਗਤੀ ਦੇ ਵਿੱਚ ਨੇ, ਜ਼ਿਆਦਾ ਇੱਛਾਵਾਂ ਤੋਂ ਦੂਰ ਨੇ, ਇਸੇ ਕਰਕੇ ਹਿਊਮਨ ਦੇ ਵਿੱਚ ਆਈ ਜਾ ਰਹੇ ਨੇ। ਨਹੀਂ ਹੁਣ ਮੰਨ ਲਓ 2 ਕਰੋੜ ਹੈ ਪੋਪੂਲੇਸ਼ਨ,
ਅੱਜ ਤੋਂ 5 ਸਾਲ ਬਾਅਦ 3 ਕਰੋੜ ਹੋਗੀ ਤਾਂ ਜਿਹੜੀ 1 ਕਰੋੜ ਹੋ ਰਹੀ ਉਹ ਜਾਨਵਰ ਹੀ ਹਿਊਮਨ ਬਣ ਗਿਆ, ਆਪਾਂ ਇਹ ਕਹਿ ਰਹੇ ਹਾਂ। ਹਾਂ, ਇਹ ਵੀ ਕਹਿ ਸਕਦੇ ਹਾਂ 2 ਕਰੋੜ ਸੀ। ਤੁਸੀਂ ਸੋਚੋ ਇਹਨੂੰ ਕਿੱਦਾਂ 2 ਕਰੋੜ ਸੀਗੀ, ਮੰਨ ਲਓ 2022 ਦੇ ਵਿੱਚ 2 ਕਰੋੜ ਜਨਸੰਖਿਆ ਹੈ, 2025 ਦੇ ਵਿੱਚ 3 ਕਰੋੜ ਹੋ ਗਈ, ਤਾਂ 2 ਕਰੋੜ ਤਾਂ ਚਲੋ ਆਪਾਂ ਕਿਹਾ ਕਿ ਮੁਕਤੀ ਨਹੀਂ ਮਿਲੀ, ਅਸੀਂ ਵਾਪਸ ਆ ਗਏ ਆਤਮਾ, ਉਹ ਆਤਮਾਵਾਂ ਪਲੱਸ ਉੱਪਰੋਂ ਵੀ ਲੋਕ ਆ ਰਹੇ ਹਨ। ਉੱਪਰੋਂ ਕਿਵੇਂ ਆ ਰਹੇ ਨੇ? ਜਿਨ੍ਹਾਂ ਨੇ ਕੁਝ ਗਲਤ ਕੰਮ ਕਰ, ਮੰਨ ਲਓ ਉੱਪਰ ਕੌਣ ਹੈ? ਸੁਣੋ ਉੱਪਰ ਕਿਵੇਂ? 7 ਲੋਕ हैं, ऊपर 7 है, नीचे 7 है, ਇਹ ਭੂਲੋਕ ਹੈ। ਓਕੇ, ਇਹ ਤੁਸੀਂ ਨਹੀਂ ਕਵਰ ਕਰ ਰਹੇ, ਲੋਕਾਂ ਨੂੰ ਸਮਝ ਨਹੀਂ ਆਣੀ। ਨਹੀਂ ਮੇਰੇ ਕੋਈ ਬਾਤ ਨਹੀਂ ਕਰ ਭੂ ਭੂਰ ਸਵਰ ਮਹਰ ਜਨ ਤਪਸ 7 ਲੋਕ, 7 ਲੋਕ ਹੈ ਨਾ। ਕੱਲੇ ਇਸ ਲੋਕ ਦੇ ਵਿੱਚ ਬੰਦੇ ਨਹੀਂ ਰਹਿੰਦੇ ਨਾ, ਸੂਰੇ ਲੋਕ ਵਿੱਚ ਵੀ ਬੰਦੇ ਰਹਿੰਦੇ ਆ, ਲੇਕਿਨ ਉਹਨਾਂ ਦੀ ਬੋਡੀ ਅੱਗ ਨਾਲ ਬਣੀ ਹੋਈ ਹੈ। ਇਹ ਸਕ੍ਰਿਪਚਰ ਦੀ ਮਿਸਟਰੀ ਹੈ। ਹਾਂ, ਉਹ ਮੈਂ ਕਹਿਦਾ ਰਿਹਾ, ਉਹਨਾਂ ਨੂੰ ਪਤਾ ਨਹੀਂ ਸਮਝ ਆਣੀ ਹੈ ਲੋਕਾਂ ਨੂੰ। ਕੋਈ ਗੱਲ ਨਹੀਂ, ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ, ਮੈਨੂੰ ਸਮਝ। 7 ਲੋਕ ਉੱਪਰ ਹੈ, 7 ਨੀਚੇ ਵੀ ਹੈ। ਪਾਤਾਲ ਲੋਕ ਨਹੀਂ ਕਹਿੰਦੇ, ਉਹ ਨੀਚੇ ਤਾਂ ਹੈ, नीचे भी लोग रहने हैं, ਉਹ ਸਾਰੇ ਵੀ वो भी ऊपर आने हैं, ਤੇ ਆਪਾਂ ਵੀ ਨੀਚੇ ਜਾ ਸਕਦੇ। ਉਹਨੇ ਥੋੜੇ ਜਿਹੇ ਚੰਗੇ ਕਰਮ ਕਰ ਲਏ, ਭਗਵਾਨ ਉਹਨੂੰ ਪ੍ਰਿਥਵੀ ਲੋਕ ਤੇ ਭੇਜ ਦੇਣਗੇ। ਅੱਛਾ, ਇੱਥੇ ਉਹੀ ਲੋਕ ਆ ਰਹੇ ਜਿਹੜੇ ਚੰਗੇ ਕਰਮਾਂ ਵਾਲੇ, ਤੁਸੀਂ ਇਹ ਕਹਿ ਰਹੇ ਮਤਲਬ ਪਤਾਲ ਨਾਲੋਂ ਚੰਗੇ। ਹਾਂ ਹਾਂ, ਮੈਨੂੰ ਪਤਾ ਨਾਲੋਂ ਚੰਗੇ ਲੋਕ ਇੱਥੇ। ਅਗਰ ਐਵੇਂ ਦੇਖੀਏ ਤਾਂ ਐਵੇਂ ਨਹੀਂ ਹੈ ਕਿ ਉਹ ਚੰਗੇ ਹੀ ਹੈ, ਨਹੀਂ, ਜਿੰਨੇ ਵੀ ਹੋ ਰਹੇ ਆ ਸਭ ਗੰਦੇ ਹੀ ਹੈ। ਅਸੀਂ ਜਿਹੜਾ ਇੱਕ ਵਾਰੀ ਭਗਵਾਨ ਨੂੰ ਛੱਡ ਕੇ ਆਏ ਆ ਨਾ, ਤਾਂ ਇਹ ਤਾਂ ਸਾਨੂੰ ਦੁੱਖ ਮਿਲ ਰਿਹਾ। ਸਿੰਪਲ ਕੁਐਸਚਨ ਹੈ, ਦੁੱਖ ਕਿਉਂ ਮਿਲ ਰਿਹਾ ਸਾਨੂੰ? ਇਹ ਤਾਂ ਤੁਸੀਂ ਠੀਕ ਹੈ, ਤੁਹਾਡੀ ਬੋਡੀ ਠੀਕ ਹੈ, ਤੁਸੀਂ ਬਿਮਾਰ ਨਹੀਂ ਹੋ, ਪਰਫੈਕਟ ਹੋ, ਤੁਹਾਡੇ ਕਰਮਾਸ ਸੀਗੇ, ਲੇਕਿਨ ਲੋਕ ਤੁਸੀਂ ਬਹੁਤ ਜ਼ਿਆਦਾ ਦੁਨੀਆ ਦੁਖੀ ਹੈ, ਮੈਂਟਲੀ ਦੁਖੀ ਹੈ, ਫਿਜ਼ੀਕਲੀ ਦੁਖੀ ਹੈ, ਬਹੁਤ ਜ਼ਿਆਦਾ ਪਰੇਸ਼ਾਨ ਹੈ ਲੋਕ। ਗੰਦੀ ਗੰਦੀ ਬਿਮਾਰੀਆਂ ਲੋਕਾਂ ਨੂੰ ਲੱਗੀ ਹੋਈਆਂ, ਕਿਉਂ ਹੈ? ਕੋਈ ਕੁਐਸਚਨ ਕਰੇਗਾ ਸਾਨੂੰ, ਕਿਉਂ ਸਾਨੂੰ ਇਹ ਪ੍ਰੋਬਲਮ ਆਈ ਹੈ, ਕਿ ਸਾਡੇ ਨਾਲ ਹੀ ਕਿਉਂ ਹੋ ਰਿਹਾ, ਇਹ ਪੁੱਛਦੇ ਆ। ਹਾਂ, ਭਗਵਾਨ ਨੂੰ ਛੱਡਣ ਦਾ ਨਤੀਜਾ ਹੀ ਇਹੀ ਹੈ। ਹਾਲਾਂਕਿ ਭਗਵਾਨ ਕਰੂਰ ਨਹੀਂ ਹੈ, ਇਹਦਾ ਕੁਐਸਚਨ ਇਹ ਆਏਗਾ ਭਗਵਾਨ ਗੰਦੇ ਹੈ, ਗੰਦੇ ਨਹੀਂ ਹੈ। ਉਹ ਤੁਹਾਨੂੰ ਦਿਖਾਣਾ ਚਾਹੁੰਦੇ ਆ ਕਿ ਭਾਈ ਇਹ ਸੰਸਾਰ ਗੰਦਾ ਹੈ, ਤੂੰ ਹੁਣ ਗਲਤੀ ਕਰ ਬੈਠਾ, ਕੋਈ ਗੱਲ ਨਹੀਂ, ਲੇਕਿਨ ਮੈਂ ਤੈਨੂੰ ਰਸਤਾ ਦੱਸਦਾ, ਤੂੰ ਭਗਤੀ ਕਰ, ਮੇਰੇ ਕੋਲ ਵਾਪਸ ਆ ਜਾ। ਦਾਨ ਪੁੰਨ ਔਰ ਪੂਜਾ ਪਾਠ, ਇਹ ਸਾਰੀ ਚੀਜ਼ਾਂ ਨਾਲ ਮੁਕਤੀ ਹੈ, ਯਾਨੀ ਕਿ ਦਾਨ ਪੁੰਨ ਨਾਲ ਨਹੀਂ ਹੋ ਸਕਦਾ, ਸਿਰਫ ਭਗਤੀ ਨਾਲ। ਦਾਨ ਪੁੰਨ ਨਾਲ ਸਿਰਫ ਤੁਸੀਂ ਸਵਰਗ ਜਾ ਸਕਦੇ ਹੋ। ਸਵਰਗ ਔਰ ਭਗਵਾਨ ਕੋਲ ਜਾਣਾ, ਹੁਣ ਫਿਰ ਦੋ ਚੀਜ਼ਾਂ ਹੋ ਗਈਆਂ। ਹਾਂ, ਸਵਰਗ ਅਲੱਗ ਚੀਜ਼ ਹੈ ਨਾ, ਤੇ ਭਗਵਾਨ ਕੋਲ ਪਹੁੰਚਣਾ ਅਲੱਗ ਚੀਜ਼ ਹੈ। ਕਿਵੇਂ? स्वर्ग ਤਾਂ ਇਹ ਹੈ ਨਾ, ਭੂ ਭੁਵਰ ਸਵਰ, ਤੀਜਾ ਲੋਕ ਸਵਰ ਹੈ ਨਾ, ਇਹ ਭੂ ਲੋਕ ਹੈ, ਭੁਵਰ ਸਵਰ, ਤੀਜਾ ਲੋਕ ਸਵਰਗ ਹੈ। ਅੱਛਾ, ਉੱਥੇ ਪਹੁੰਚਣਾ ਆਸਾਨ ਹੈ, ਚੰਗੇ ਮਤਲਬ ਤੁਸੀਂ ਦਾਨ ਪੁੰਨ ਕਰਕੇ ਉੱਥੇ ਪਹੁੰਚੋਗੇ। ਦਾਨ ਪੁੰਨ ਕਰਕੇ ਹੋਰ ਵੀ ਚੀਜ਼ਾਂ ਹੈ ਉਹਨਾਂ ਨਾਲ, ਜੋ ਵੀ ਕਰਦੇ ਰਹਿੰਦੇ ਨੇ, ਉਹਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਸਵਰਗ। ਉਸ ਤੋਂ ਬਾਅਦ ਵੀ ਲਿਮਿਟ ਹੈ, ਜਿਵੇਂ ਹਾਂ ਉਸ ਤੋਂ ਉੱਪਰ ਵੀ ਹੈ। ਅਗਰ ਇੱਥੇ 6 ਮਹੀਨੇ ਨਿਕਲਣਗੇ ਨਾ, ਤਾਂ ਸਵਰਗ ਦਾ ਇੱਕ ਦਿਨ ਨਿਕਲੇਗਾ। ਤਾਂ ਉੱਥੇ ਇੱਕ ਮੰਨ ਲਓ ਤੁਹਾਨੂੰ 100 ਸਾਲ ਦੇ ਦਿੱਤੇ ਗਏ, ਤੁਸੀਂ ਉੱਥੇ ਇੰਜੋਏ ਕਰਕੇ ਵਾਪਸ ਆਉਣਾ ਪੈਣਾ ਤੁਹਾਨੂੰ ਨੀਚੇ। ਟਾਈਮ ਟਰੈਵਲ। ਅੱਛਾ, ਫਿਰ ਰੱਬ ਕੋਲ ਪਹੁੰਚਣ ਦਾ ਕੀ ਰਸਤਾ? ਸਿਰਫ ਡਿਵੋਸ਼ਨ, ਓਨਲੀ ਡਿਵੋਸ਼ਨ। ਕਿਉਂ? ਮੈਂ ਆਪਣੇ ਤੁਸੀਂ ਕਹੋਗੇ ਤੁਸੀਂ ਕਿਵੇਂ ਕਹਿ ਰਹੇ ਹੋ? ਕਿ ਭਗਵਾਨ ਹੀ ਕਹਿ ਰਿਹਾ ਭਗਵਦ ਗੀਤਾ 'ਚ ਕਿ ਵਿਦਆਊਟ ਡਿਵੋਸ਼ਨ ਤੁਸੀਂ ਨਹੀਂ ਕਰ ਸਕਦੇ। दान पुण्य कर लो, साधना कर लो, ਤਪੱਸਿਆ ਕਰ ਲਓ, ਧਿਆਨ ਕਰ ਲਓ, ਨਹੀਂ ਪਹੁੰਚੋਗੇ। ਤੁਸੀਂ ਕਿਹਾ ਕਿ ਔਰਤਾਂ ਨੂੰ ਇੱਥੇ ਨਹੀਂ ਰੱਖਿਆ ਜਾਂਦਾ, ਨਹੀਂ ਲਿਆ ਜਾਂਦਾ, ਉਹਨਾਂ ਦੀ ਮੁਕਤੀ ਦਾ ਰਾਹ ਔਖਾ ਹੈ। ਫਿਰ ਔਰਤਾਂ ਕੀ ਕਰਨ, ਕੁੜੀਆਂ ਕੀ ਕਰਨ? ਚਾਹੁੰਦੇ ਤਾਂ ਉਹ ਵੀ ਨਹੀਂ ਕਿ ਅਸੀਂ ਮੁਕਤ ਹੋਈਏ, ਹੁਣ ਉਹ ਆ ਗਈਆਂ ਕੁੜੀਆਂ ਵਾਂਗ, ਉਹਨੇ ਹੱਥ ਤਾਂ ਮੈਂ ਤੁਹਾਨੂੰ ਪਹਿਲੀ ਵਾਰ ਮਤਲਬ ਮੈਨੂੰ ਕੋਈ ਪਹਿਲੀ ਵਾਰ ਕੁੜੀ ਮਿਲੀ ਹੈ ਜਿਹਨੇ ਇਹ ਗੱਲ ਕਰੀ ਹੋਣੀ, ਅਦਰਵਾਈਜ਼ ਤਾਂ ਮੈਂ ਤਾਂ ਕੋਈ ਕੁੜੀ ਨੂੰ ਨਹੀਂ ਮਿਲਿਆ ਜਿਹਨੇ ਕਿਹਾ ਮੈਨੂੰ ਮੁਕਤ ਹੋਣਾ। ਕਿਵੇਂ ਹੋਣਾ ਚਾਹੀਦਾ? ਫਿਰ ਹੋਣਾ ਤਾਂ ਮੈਂ ਵੀ ਹੈ। ਡਿਵੋਸ਼ਨ, ਤੁਸੀਂ ਭਗਤੀ ਕਰੋ, ਡਿਵੋਸ਼ਨ ਕਰੋ। ਅਸੀਂ ਵੀ ਤਾਂ ਰਹਿ ਰਹੇ ਹਾਂ। ਚਲੋ ਅਸੀਂ ਕਿਉਂ ਛੱਡਿਆ? ਅਸੀਂ ਆਪਣੇ ਲਈ ਨਹੀਂ ਛੱਡਿਆ, ਅਸੀਂ ਦੂਜਿਆਂ ਲਈ ਛੱਡਿਆ। ਕਿਉਂ? ਕਰਕੇ ਲੋਕ ਦੁਖੀ ਹੈ ਨਾ। ਤੁਹਾਨੂੰ ਦੱਸਣ ਲਈ ਕੌਣ ਆਏਗਾ? ਦੱਸੋ, ਨਹੀਂ ਆ ਸਕਦਾ ਨਾ ਕੋਈ, ਤਾਂ ਸਾਨੂੰ ਹੀ ਤੁਹਾਡੇ ਕੋਲ ਆਉਣਾ ਪੈਣਾ। ਇਸੇ ਕਰਕੇ ਅਸੀਂ ਕਰ ਛੱਡਿਆ। ਕਿਉਂ? ਕਰਕੇ ਅਗਰ ਮੈਂ ਮੈਰਿਜ ਕਰ ਲੈਂਦਾ, ਸਵੇਰੇ 6 ਵਜੇ ਉੱਠਦਾ, ਆਪਣਾ ਜੋ ਵੀ ਰੋਟੀ ਪਾਣੀ ਖਾ ਕੇ 8 ਵਜੇ ਕੰਮ ਤੇ ਚਲਾ ਜਾਂਦਾ, ਰਾਤ ਨੂੰ 8 ਵਜੇ ਆਉਂਦਾ ਨਾ, ਤਾਂ ਉਸ ਤੋਂ ਬਾਅਦ ਬਾਕੀ ਦੇ 2 ਘੰਟੇ ਮੈਂ ਫੈਮਿਲੀ ਨੂੰ ਵੀ ਦੇਣੇ। 10 ਵਜੇ ਸੋ ਜਾਂਦਾ। ਡਿਵੋਸ਼ਨ ਕਿੱਥੋਂ ਹੋਏਗੀ ਮੇਰੀ? ਇਸ ਲਾਈਫ ਦੇ ਵਿੱਚ ਤੁਸੀਂ ਟਾਈਮ ਕਿੰਨਾ ਦੇ ਸਕਦੇ ਹੋ? ਪੂਰੇ 24 ਘੰਟੇ ਰੱਬ ਨੂੰ। ਫਿਰ ਚੀਜ਼ਾਂ ਸਮਝ ਕੇ ਫਿਰ ਅਸੀਂ ਪ੍ਰਚਾਰ ਲਈ ਜਾਂਦੇ ਹਾਂ। ਹੁਣ ਅਸੀਂ ਵੈਸੇ 50 ਬੰਦੇ ਰਹਿੰਦੇ ਸੀਗੇ, 25 ਬੰਦੇ ਬਾਹਰ ਹੀ ਹੈ ਸਾਡੇ ਪ੍ਰਚਾਰ ਲਈ, ਤਾਂ ਕਿ ਲੋਕਾਂ ਦੀ ਹੈਲਪ ਕਰ ਸਕੇ। ਅੱਛਾ, ਇਹ ਪਿੰਡਾਂ ਦੇ ਵਿੱਚ ਕਰਦੇ ਨੇ ਪ੍ਰਚਾਰ? ਨਹੀਂ, ਪਟਿਆਲਾ, ਹੁਸ਼ਿਆਰਪੁਰ, ਕਪੂਰਥਲਾ, ਬਟਾਲਾ, ਫਿਰੋਜ਼ਪੁਰ, ਇਹ ਸੈਂਟਰ ਹੈ ਇੱਥੇ। ਓਕੇ, ਉੱਥੇ ਵੀ ਐਵੇਂ ਹੀ ਤੁਸੀਂ ਘਰ ਬਣਾ ਕੇ ਰਹਿ ਰਹੇ ਹੋ ਜਾਂ ਫਿਰ ਉਹ? ਇਹ ਨਹੀਂ, ਨੋਰਮਲ ਘਰ ਹੁੰਨੇ ਆ।
ਅੱਛਾ ਉਹਦੇ ਭਗਵਾਨ ਦਾ ਅਲਟਰ ਹੁੰਦਾ ਹੈ। ਉਹਦੇ ਵਿੱਚ ਡੇਲੀ ਸਵੇਰੇ 4:30 ਵਜੇ ਹੀ ਆਰਤੀ ਹੁੰਦੀ ਹੈ। ਡੇਲੀ ਭਗਵਦ ਗੀਤਾ ਦਾ ਪ੍ਰਵਚਨ ਹੁੰਦਾ ਹੈ। ਲੋਕ ਜੋ ਮੈਰਿਡ ਹੈ ਉਹ ਆਉਂਦੇ ਆ, ਫਿਰ ਧੀਰੇ ਧੀਰੇ ਉਹਨਾਂ ਨੂੰ ਗਾਈਡੈਂਸ ਦਿੰਦੇ ਆ, ਫਿਰ ਉਹ ਡਿਵੋਸ਼ਨ ਕਰਦੇ ਆ। ਅੱਛਾ ਕਈ ਵਾਰੀ ਨਾ ਮੈਨੂੰ ਯਾਦ ਆ ਗਿਆ ਕਿ ਕਈ ਵਿਆਹ ਤੋਂ ਬਾਅਦ ਛੱਡ ਦਿੰਦੇ ਨੇ ਆਪਣੀ ਵਾਈਫ ਨੂੰ, ਆਪਣੇ ਉਹ ਬੱਚਿਆਂ ਗਲਤ ਹੈ, ਨੂੰ। ਉਹ ਗਲਤ ਅਧਰਮ ਹੈ। ਚੀਜ਼। ਕਿਉਂ ਕਰਕੇ ਤੁਸੀਂ ਹੁਣ ਤੁਸੀਂ ਆਪਣੀ ਕਿਹਾ ਇੱਛਾ ਕਿ- ਨਾਲ ਅਸੈਪਟ ਕਰੀ ਹੈ ਨਾ ਵਾਈਫ, ਤਾਂ ਤੁਹਾਡੀ ਤੁਸੀਂ ਜ਼ਿੰਮੇਵਾਰੀ ਲਈ ਹੈ ਨਾ, ਤਾਂ ਜ਼ਿੰਮੇਵਾਰੀ ਤੁਸੀਂ ਪੂਰੀ ਕਰਨੀ ਹੈ। ਤੁਸੀਂ ਬੱਚਿਆਂ ਦਾ ਵਿਆਹ ਕਰਕੇ ਫਿਰ ਵਾਈਫ ਨੂੰ ਬੱਚਿਆਂ ਦੇ ਹਵਾਲੇ ਕਰਕੇ ਫਿਰ ਤੁਸੀਂ ਛੱਡ ਸਕਦੇ ਹੋ, ਜਿਹਨੂੰ ਵਾਨਪ੍ਰਸਥ ਕਹਿੰਦੇ ਆ। ਯਾਨੀ ਕਿ ਤੁਸੀਂ ਜਿਹੜੇ ਮੈਰਿਡ ਪਰਸਨਸ ਆਉਂਦੇ ਨੇ ਹਸਬੈਂਡ ਵਾਈਫ, ਤੁਸੀਂ ਇਹੀ ਕਹਿੰਦੇ ਹੋ ਕਿ ਪਹਿਲਾਂ ਆਪਣੀ ਜ਼ਿੰਮੇਵਾਰੀਆਂ ਖਤਮ ਕਰੋ ਹਾਂ। ਫਿਰ ਆਓ। ਹਾਂ, ਉਸ ਤੋਂ ਪਹਿਲਾਂ ਉਹਨਾਂ ਦੇ ਲਈ ਮੁਕਤੀ ਦਾ ਰਾਹ ਨਹੀਂ ਹੈ, ਮੁਕਤੀ ਦਾ ਹੀ ਕਹਾਂਗੇ ਚਲੋ। ਉਹਨਾਂ ਤੋਂ ਮਨਾ ਹੀ ਨਹੀਂ। ਡਿਵੋਸ਼ਨ ਮੈਂ ਉਹੀ ਕਹਿ ਰਿਹਾ, ਡਿਵੋਸ਼ਨ ਕਿਸੇ ਚੀਜ਼ ਨਾਲ ਬੰਨੀ ਨਹੀਂ ਹੋਈ ਕਿ ਅਸੀਂ ਬ੍ਰਹਮਚਾਰੀ ਹੋ ਕੇ ਡਿਵੋਸ਼ਨ ਕਰ ਸਕਦੇ ਹਾਂ। ਡਿਵੋਸ਼ਨ ਨਾ ਹੀ ਸ਼ਾਦੀ ਨਾਲ ਬੰਨੀ ਹੋਈ ਹੈ। ਡਿਵੋਸ਼ਨ ਦਾ ਮੁਕਤ ਹੈ, ਭਗਤੀ ਦਾ ਮੁਕਤ ਹੈ, ਉਹਨੂੰ ਕਿਸੇ ਵੀ ਕੰਡੀਸ਼ਨ ਵਿੱਚ ਕੀਤਾ ਜਾ ਸਕਦਾ ਹੈ। ਕਿਸੇ ਵੀ ਏਜ ਕੋਈ ਬੱਚਾ ਵੀ ਕਰ ਸਕਦਾ। ਅਗਰ ਕੋਈ ਮੈਰਿਜ ਹੈ ਤਾਂ ਉਹ ਕਰੇ, ਤਾਂ ਨਾਲੇ ਸਾਡੇ ਨਾਲ ਲੋਕ ਜੁੜੇ ਹੋਏ ਆ ਕਾਫੀ ਸਾਰੇ, ਤਾਂ ਉਹ ਸਾਰੇ ਸ਼ਾਦੀशुदा ही हैं, ਜ਼ਰੂਰੀ ਨਹੀਂ ਹੈ ਸਾਰੇ ਸਿੰਗਲ ਹੈ, ਤਾਂ ਉਹ ਭਗਤੀ ਕਰਦੇ ਆ, 16 ਮਾਲਾ ਡੇਲੀ ਕਰਦੇ ਆ। ਆਪਣੀ ਲਾਈਫ ਨੂੰ ਕੰਫਰਟੇਬਲ ਕਰਨਾ ਹੈ ਭਗਤੀ ਦੇ, ਜਿੰਨਾ ਹੋ ਸਕੇ ਬਿਜ਼ਨਸ ਥੋੜਾ ਕੱਟ ਕਰ ਲਓ, ਲੇਕਿਨ ਉਹ ਬਿਜ਼ਨਸ ਕੱਟ ਕਰਨ ਦੀ ਸ਼ਕਤੀ ਕੌਣ ਦੇਗਾ? ਉਹ ਭਗਵਾਨ ਦਾ ਨਾਮ ਦੇਗਾ। ਅੱਛਾ ਤੁਹਾਨੂੰ ਗੁੱਸਾ ਆਉਂਦਾ? ਹਿਊਮਨ ਆ ਤਾਂ ਆਉਂਦਾ, ਲੇਕਿਨ ਡਿਪੈਂਡ ਕਰਦਾ ਹੈ ਤੁਸੀਂ ਕੀ ਕਰਦੇ ਹੋ ਉਸ ਸਿਚੁਏਸ਼ਨ ਦੇ ਵਿੱਚ, ਡਿਪੈਂਡ ਕਰਦਾ ਹੈ ਕਿ ਸਿਚੁਏਸ਼ਨ ਕੀ ਹੈ, ਕਿਉਂ ਹੈ। ਅਗਰ ਭਗਤੀ ਲਈ ਗੁੱਸਾ ਆ ਰਿਹਾ ਹੈ, ਕਿਸੇ ਦੇ ਕਲਿਆਣ ਲਈ, ਸਾਧੂ ਜਦ ਗੁੱਸਾ ਕਰਦਾ ਤਾਂ ਦੂਜੇ ਦੇ ਕਲਿਆਣ ਲਈ ਗੁੱਸਾ ਕਰਦਾ। ਨਾਰਦ ਮੁਨੀ ਨੇ ਸ਼ਰਾਪ ਦਿਆ ਸੀਗਾ ਕੁਬੇਰ ਦੇ 2 ਪੁੱਤਰਾਂ ਨੂੰ, ਨਲ ਕੁਬੇਰ ਔਰ ਮਣੀ ਗਰੀਬ। ਉਹ ਪੌਂਡ ਦੇ ਵਿੱਚ ਨਹਾ ਰਹੇ ਸੀਗੇ ਫੀਮੇਲ ਨਾਲ, ਤੇ ਉਹਨਾਂ ਨੇ ਦੇਖਿਆ ਕਿ ਯਾਰ ਇਹਨਾਂ ਨੂੰ ਤਮੀਜ਼ ਹੀ ਨਹੀਂ ਹੈ, ਇਹ ਕੁਬੇਰ ਦੇ ਬੇਟੇ ਹੋਣ ਕਰਕੇ ਇੰਨੇ ਹੰਕਾਰੀ ਹੋ ਗਏ ਹੈ ਕਿ ਕੋਈ ਸਾਧੂ ਆਇਆ ਪ੍ਰਣਾਮ ਵੀ ਨਹੀਂ ਕਰ ਰਹੇ। ਤਾਂ ਉਹਨਾਂ ਨੂੰ ਸ਼ਰਾਪ ਦਿੱਤਾ ਕਿ ਤੁਸੀਂ ਵ੍ਰਿਕਸ਼ ਬਣ ਜਾਓ। ਵ੍ਰਿਕਸ਼ ਤਾਂ ਬਣ ਜਾਓ, ਲੇਕਿਨ ਵ੍ਰਿਕਸ਼ ਕਿਹਦਾ ਬਣਾਇਆ? ਭਗਵਾਨ ਕ੍ਰਿਸ਼ਨ ਦੇ ਘਰ ਦਾ। ਤਾਂ ਭਗਵਾਨ ਕ੍ਰਿਸ਼ਨ ਜਦ ਛੋਟੇ ਸੀਗੇ ਉਖਲ ਨਾਲ ਤੋੜ ਨਹੀਂ ਦਿੱਤੇ ਸੀਗੇ ਵ੍ਰਿਕਸ਼, ਸੁਣਿਆ ਲੀਲਾ ਪਾਸਟ ਟਾਈਮ ਸੁਣਿਆ? ਤਾਂ ਉਹ ਕਲਿਆਣ ਹੋ ਗਿਆ ਕਿ ਭਗਵਾਨ ਨੇ ਉਹਨਾਂ ਨੂੰ ਮੁਕਤੀ ਕਰਤਾ। ਸਾਧੂ ਜਦ ਗੁੱਸਾ ਕਰਦਾ ਹੈ ਤਾਂ ਦੂਜੇ ਦੇ ਕਲਿਆਣ ਲਈ ਗੁੱਸਾ ਕਰਦਾ। ਅਸੀਂ ਆਪਣੇ ਲਈ ਗੁੱਸਾ ਨਹੀਂ ਕਰਦੇ, ਮਤਲਬ ਕੋਸ਼ਿਸ਼ ਕਰਦੇ ਹਾਂ ਖਾਲੀ। ਕਿਉਂਕਿ ਤੁਸੀਂ ਇੱਥੇ ਇੰਨੇ ਜਾਣੇ ਇਕੱਠੇ ਰਹਿੰਦੇ ਹੋ, ਗੁੱਸਾ ਮੈਂ ਪੁੱਛਿਆ ਤੁਹਾਨੂੰ ਕਿਹੜੀ ਗੱਲਾਂ ਤੇ ਗੁੱਸਾ ਆਉਂਦਾ? ਫਿਰ ਕਦੀ ਹੋਇਆ ਆਪਸ? ਅਜੇ ਤੱਕ ਨਹੀਂ ਹੋਇਆ ਮੈਨੂੰ ਰਹਿੰਦੇ ਕਦੇ। ਕਿੰਨਾ ਟਾਈਮ ਹੋ ਗਿਆ ਇੱਥੇ? ਮੈਨੂੰ 2.5 ਸਾਲ 3 ਸਾਲ ਹੋ ਗਏ। 3 ਸਾਲ। ਚਲੋ ਆਪਾਂ ਦੇਖ ਲੈਂਦੇ ਹਾਂ ਤੁਸੀਂ ਕਿਹੜੀਆਂ ਜਗ੍ਹਾਵਾਂ 'ਚ ਰਹਿ ਰਹੇ ਹੋ, ਦੇਖੀਏ ਕਿਵੇਂ ਰਹਿ ਰਹੇ ਹੋ, ਕੀ ਹੈ ਤੁਹਾਡੇ ਕੋਲ। ਲਾਈਟ ਵੀ ਨਹੀਂ ਹੈ ਨਾ ਅੰਦਰ? ਲਾਈਟ ਨਹੀਂ ਹੈ ਨਾ, ਫਿਰ ਤੁਸੀਂ ਫੋਨ ਵੀ ਨਹੀਂ ਯੂਜ਼ ਕਰਦੇ ਹੋਵੋਗੇ? ਫੋਨ ਨਹੀਂ ਯੂਜ਼ ਕਰਦੇ, ਕੋਈ ਸੰਪਰਕ ਨਹੀਂ ਕਿਸੇ ਦੇ ਨਾਲ? ਇੱਕ ਮੈਨੇਜਰ ਕੋਲ ਰਹਿੰਦਾ, ਉਹ ਵੀ ਅੱਜ ਕੱਲ ਮੈਨੇਜਰ ਸਾਡੇ ਬਾਹਰ ਹੈ। ਉਹ ਵੀ ਸਮਾਰਟ, ਸਿਰਫ ਉਹ ਹੀ ਰੱਖਦੇ ਆ ਸਮਾਰਟਫੋਨ। ਸਮਾਰਟਫੋਨ ਸਿਰਫ ਇੱਕੋ ਹੀ ਹੈ ਮੈਨੇਜਰ ਕੋਲ? ਕਿਉਂ ਕਰਕੇ ਪ੍ਰਚਾਰ ਕਰਨਾ ਹੁੰਦਾ ਹੈ, ਪ੍ਰਚਾਰ ਕਰਨਾ ਹੁੰਦਾ ਹੈ। ਤੇ ਦੂਜੀ ਗੱਲ, ਜਿਹੜਾ ਅਸੀਂ ਫੋਨ ਰੱਖਦੇ ਹਾਂ, ਇੱਕ ਬੰਦੇ ਕੋਲ ਫੋਨ ਰਹਿੰਦਾ ਹੈ, ਉਹ ਵੀ ਛੋਟਾ ਫੋਨ ਰਹਿੰਦਾ ਹੈ, ਬਟਨਾਂ ਵਾਲਾ। ਕਿਉਂ ਕਰਕੇ ਸਾਰੇ ਬਾਹਰ ਤੋਂ ਆਏ ਨੇ, ਕਿਸੇ ਨੇ ਫੋਨ ਤੇ ਗੱਲ ਕਰਨੀ ਹੈ, ਕੁਝ ਕਰਨਾ ਹੈ। ਇਹ ਟੈਂਪਲ ਸਿਰਫ ਇੰਨਾ ਹੀ ਸੀਗਾ। ਜਿੱਥੇ ਤੁਸੀਂ ਖੜੇ ਹੋ ਨਾ, ਇਹ ਪਿਲਰ ਦੇਖ ਰਹੇ ਹੋ ਜੀ, ਪਿਲਰ ਦੇ ਵਿੱਚ ਵਾਲ ਸੀਗੀ। ਅੱਛਾ, ਫਿਰ ਹੁਣ ਤੁਸੀਂ ਏਰੀਆ ਵਧਾਇਆ ਹੈ? ਹਾਂ, ਫਿਰ ਏਰੀਆ ਵਧਾਇਆ ਤੇ ਪਲੱਸ ਇਹ ਪ੍ਰੋਬਲਮ ਆਈ ਸੀਗੀ। ਇਸ ਲਈ ਟੀਮ ਇਹ ਕੀਤਾ ਕੀ ਇਹਦੇ ਉੱਪਰ ਹੈ ਕੀ ਚੀਜ਼? ਟੀਨ ਹੈ। ਇਹ ਤਾਂ ਸਲੋਪ ਬਣੀ ਹੋਈ ਹੈ ਨਾ, ਇਸ ਤਰ੍ਹਾਂ ਸਿੰਪਲ। ਇਹਦੇ ਉੱਪਰ ਕੁਝ ਲਗਾਇਆ ਹੋਇਆ ਹੋਗੀ ਕਿੱਥੇ ਜੀ, ਲੇਕਿਨ ਵਿੱਚ ਜਗ੍ਹਾ ਖਾਲੀ ਸੀਗੀ, ਉਹਦੇ ਟੀਨ ਹੈ। ਤੇ ਟੀਨ ਪਾਣੀ। ਇਹ ਛੱਤ ਕਿਸ ਚੀਜ਼ ਦੀ? ਇਹਦੇ ਵਿੱਚ ਕੀ ਲੇਅਰਸ, ਕਿਹੜੀ ਚੀਜ਼ ਦੀ ਲੇਅਰ ਹੈ? ਇੱਕ ਤਾਂ ਇਸ ਮਾਡਲ ਦੇ ਵਿੱਚ ਪਲਾਸਟਿਕ ਯੂਜ਼ ਨਹੀਂ ਕਰਿਆ ਸੀ। ਅੱਛਾ, ਜ਼ੀਰੋ ਪਲਾਸਟਿਕ ਯੂਜ਼ਿੰਗ ਮਾਡਲ ਹੈ। ਤੇ ਇਹ ਜੇ ਸਰਕੰਡੇ ਹੈ, ਨਹਿਰਾਂ ਦੇ ਕਿਨਾਰੇ ਮਿਲਦੇ ਆ, ਇਹਨਾਂ ਦੀ ਜਿਹੜੀ ਲਾਈਫ ਹੈ ਉਹ 4 ਸਾਲ ਰਹਿੰਦੀ ਹੈ। ਸਰਕੰਡੇ, ਹਾਂ, ਉਹ 3 ਲੇਅਰ ਹੈ, ਇੱਕ ਲੇਅਰ ਬਦਲ ਦਿੰਦੇ ਆ 3, 4, 5 ਸਾਲ ਬਾਅਦ। ਅੱਛਾ, 5 ਸਾਲ ਤੱਕ ਇੱਕ ਤਰ੍ਹਾਂ ਡਿਊਰੇਬਲ ਹੈ, ਖਰਾਬ ਨਹੀਂ ਹੁੰਦੀ, ਗਲਦੀ ਨਹੀਂ ਹੈ। ਓਕੇ, ਇਹ ਫਿਰ ਬਣਾਏ ਕਿਵੇਂ, ਕਿੰਨੇ ਜਣਿਆਂ ਨੇ ਮਿਲ ਕੇ, ਤੇ ਕਿਵੇਂ ਤੁਹਾਨੂੰ ਆਈਡੀਆ ਕਿਵੇਂ ਆਇਆ, ਕਿਹਨੂੰ ਲਿਆਂਦਾ ਸੀ ਬਣਾਉਣ ਲਈ? ਐਕਚੁਅਲੀ ਇੱਕ ਸਾਡਾ ਵੈਦਿਕ ਕਲਚਰ ਹੈ ਫਸਟ ਆਫ ਆਲ ਤਾਂ, ਔਰ ਉਸ ਤੋਂ ਬਾਅਦ ਅਗਰ ਗੱਲ ਕਰਾਂ ਤਾਂ ਯੂਪੀ, ਬਿਹਾਰ, ਬੰਗਾਲ ਦੇ ਵਿੱਚ, ਐਵੇਂ ਹੀ ਹੈ ਜੀ, ਐਮਪੀ ਦੇ ਵਿੱਚ ਕਾਫੀ ਸਾਰੇ ਏਰੀਆ ਦੇ ਵਿੱਚ। ਤਾਂ ਉੱਥੇ ਜਾ ਕੇ ਅਸੀਂ ਰਿਸਰਚ ਕਰੀ। ਓਕੇ, ਫਿਰ ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਲਾਇਆ ਲੇਬਰ, ਤਾਂ ਕੁਝ ਥੋੜੀ ਉਹਨਾਂ ਦੀ ਹੈਲਪ ਅਸੀਂ ਕਰੀ। ਕਿਉਂ ਕਰਕੇ ਅਸੀਂ ਰਿਸਰਚ ਕਰੀ ਸੀ, ਅਸੀਂ ਦੱਸਣਾ ਸੀਗਾ, ਲੋਕਾਂ ਦੀ ਹੈਲਪ ਲੈ ਕੇ ਅਸੀਂ ਬਣਾਇਆ ਉਹਨਾਂ ਨੂੰ। ਅਸੀਂ ਖੁਦ ਵੀ ਲੱਗੇ ਸਾਰੇ। ਪਲੱਸ ਇਹ ਮਾਡਲ ਇਸ ਲਈ ਵੀ ਹੈ ਕਿ ਜਿਵੇਂ ਤੁਸੀਂ ਮੈਨੂੰ ਉੱਥੇ ਕਹਿ ਰਹੇ ਸੀਗੇ ਕਿ ਤੁਸੀਂ ਆਪਣੇ ਘਰਦਿਆਂ ਨੂੰ ਸਮਝਾਉਂਦੇ ਹੋ, ਤਾਂ
ਜਿਸ ਉਹ ਕਹਿ ਰਹੇ ਹਵਾ ਦੇ ਵਿੱਚ ਗੱਲਾਂ ਹੈ, ਤਾਂ ਸਾਡੇ ਮਾਈਂਡ ਦੇ ਵਿੱਚ ਵੀ ਆਇਆ ਸੀਗਾ ਕਿ ਹਵਾ ਦੇ ਵਿੱਚ ਨਾ ਰਹਿ ਜਾਣ ਗੱਲਾਂ, ਇੱਕ ਪ੍ਰੈਕਟੀਕਲ ਕਰਕੇ ਦਿਖਾਣਾ ਪੈਣਾ। ਇੱਥੇ ਅਗਰ ਤੁਸੀਂ ਦੇਖੋਗੇ ਤਾਂ ਸਾਰੇ ਯੂਥ ਹੈ, ਯੰਗ ਹੈ, ਹਾਂਜੀ ਬੁੱਢੇ ਨਹੀਂ ਹੈਗੇ ਉਰੇ। ਜੀ ਤਾਂ ਇੱਕ ਪ੍ਰੈਕਟੀਕਲ ਮਾਡਲ ਹੈ ਕਿ ਤੁਸੀਂ ਇੱਕ ਸਿੰਪਲ ਲਾਈਫ ਜੀ ਸਕਦੇ ਹੋ। ਸਿਰਫ ਸੈਂਟਰ ਪੁਆਇੰਟ ਕੀ ਹੋਣਾ ਚਾਹੀਦਾ? ਭਗਵਾਨ, ਰੱਬ ਹੋਣਾ ਚਾਹੀਦਾ, ਤਾਂ ਤੁਸੀਂ ਉਹਨੂੰ ਲੈ ਕੇ ਜੀ ਸਕਦੇ ਹੋ। ਲੋਕੀ ਵਾਪਸ ਚਲੇ ਜਾਂਦੇ, ਤੁਸੀਂ ਗੱਲ ਕਹੀ ਸੀਗੀ, ਤਾਂ ਅਗਰ ਸੈਂਟਰ ਪੁਆਇੰਟ ਭਗਵਾਨ ਹੋਣਗੇ, ਕ੍ਰਿਸ਼ਨ ਹੋਣਗੇ, ਤਾਂ ਵਾਪਸ ਨਹੀਂ ਜਾ ਸਕਦਾ। ਕੁਦਰਤ ਦੇ ਵਿੱਚ ਬਣਾਏ ਹੋਏ ਇਹ ਘਰ ਅਤੇ ਉਹ ਕੁਦਰਤੀ ਬੰਦੇ ਜੋ ਕਿ ਰੂਹਾਂ ਦੀਆਂ ਗੱਲਾਂ ਕਰਦੇ ਨੇ, ਜ਼ਿੰਦਗੀ ਤੋਂ ਪਾਰ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੇ ਨਾਲ ਅਸੀਂ ਜਦੋਂ ਗੱਲਬਾਤ ਕੀਤੀ ਹੈ ਤਾਂ ਇਸ ਜ਼ਿੰਦਗੀ ਨੂੰ ਕੁਝ ਸਮੇਂ ਲਈ ਹੀ ਸਹੀ ਸਕੂਨ ਜ਼ਰੂਰ ਮਿਲਿਆ। ਤੁਸੀਂ ਜਦੋਂ ਇੱਥੇ ਆ ਕੇ ਖੁਦ ਦੇਖੋਗੇ ਤੁਹਾਡੇ ਵਿੱਚ ਥੋੜਾ ਬਹੁਤਾ ਉਹ ਪਰਿਵਰਤਨ ਜ਼ਰੂਰ ਆਏਗਾ ਜੋ ਕਿ ਤੁਹਾਨੂੰ ਇਸ ਮਿੱਟੀ ਦੇ ਘਰਾਂ ਦੇ ਨਾਲ ਜੁੜਨ ਦੇ ਲਈ ਮਜਬੂਰ ਕਰੇਗਾ। ਇਹ ਮਿੱਟੀ ਦੇ ਘਰ ਉਹ ਆਮ ਘਰ ਨਹੀਂ ਹੈਗੇ ਜਿਹੜੇ ਤੁਸੀਂ ਕਹਿ ਸਕੋ ਕਿ ਅਸੀਂ ਉੱਥੇ ਆਮ ਤੌਰ ਤੇ ਬਣਾਏ ਹੋਏ ਨੇ, ਪਰ ਇਹਦੇ ਅੰਦਰ ਜਿਹੜੀ ਜੋਤੀ ਜਲੀ ਹੋਈ ਹੈ, ਜਿਹੜੇ ਜਿਸ ਦੀ ਉਹ ਗੱਲ ਕਰਦੇ ਨੇ, ਜੇਕਰ ਤੁਸੀਂ ਉਹਨਾਂ ਨੂੰ ਸਮਝਣ ਦੀ ਗੱਲ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਜ਼ਰੂਰ ਆਏਗਾ। ਜੇਕਰ ਤੁਸੀਂ ਵਾਕਈ ਹੀ ਬਦਲਾਅ ਚਾਹੁੰਦੇ ਹੋ ਤਾਂ ਇੱਥੇ ਇੱਕ ਵਾਰ ਆ ਕੇ ਜ਼ਰੂਰ ਦੇਖੋ। ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹੋਏ ਇਹ ਲੋਕ ਕਿਵੇਂ ਬਿਨਾਂ ਬਿਜਲੀ ਦੇ, ਕਿਵੇਂ ਉਹ ਸਾਰੀਆਂ ਇਲੈਕਟ੍ਰੋਨਿਕ ਚੀਜ਼ਾਂ ਦੇ ਜਿਨ੍ਹਾਂ ਦੇ ਬਿਨਾਂ ਅਸੀਂ ਇੱਕ ਮਿੰਟ ਨਹੀਂ ਰਹਿੰਦੇ, ਫੋਨ ਦੇ ਬਿਨਾਂ, ਉਹਨਾਂ ਤੋਂ ਬਿਨਾਂ ਹੀ ਜ਼ਿੰਦਗੀ ਕੱਢ ਰਹੇ ਨੇ।